श्री वाहिगुरु साहिब जीओ। श्री राग महला पहला घर तीजा। एह तन धरती बीज कर्म करो। सल लिया पाओ सारंग पानी। मन किसान हर हृदय जमाए लै। यों पावस पद निर्वाणी। काहे गर्भ समूढ़े माया। पित सुतो सगल कालतर माता। तेरा होहे न अंत सहाया रहाओ। ਇਹ ਪਵਿੱਤਰ ਬਚਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੇ ਰਾਗ ਸ੍ਰੀ ਰਾਗ ਵਿੱਚ ਤੀਸਰੇ ਘਰ ਵਿੱਚ ਰਾਗੀ ਸਿੰਘਾਂ ਨੂੰ ਗਾਉਣ ਦਾ ਹੁਕਮ ਹੈ। ਔਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਇਹਨਾਂ ਦੇ ਪਿਤਾ ਜੀ ਬਚਪਨ ਦੇ ਵਿੱਚ ਇੱਕ ਪਾਂਧੇ ਕੋਲ ਪੜ੍ਹਨ ਭੇਜਿਆ ਤਾਂ ਉੱਥੇ ਵੀ ਬਹੁਤਾ ਸਮਾਂ ਨਹੀਂ ਗਏ ਪੜ੍ਹਨ ਵਾਸਤੇ। ਫਿਰ ਇੱਕ ਕਾਜੀ ਦੇ ਕੋਲ ਫਾਰਸੀ ਸਿੱਖਣ ਲਈ ਭੇਜਿਆ ਤਾਂ ਉੱਥੇ ਬਸ 2-3 ਦਿਨ ਗਏ ਤੇ ਕਾਜੀ ਕਹਿਣ ਲੱਗੇ ਤਾਂ ਪਹਿਲਾਂ ਹੀ ਬਹੁਤ ਪੜ੍ਹਿਆ ਲਿਖਿਆ ਹੈ, ਇਹ ਤਾਂ ਸਾਨੂੰ ਪੜ੍ਹਾ ਗਿਆ। ਉਸ ਤੋਂ ਬਾਅਦ ਦੱਸਦੇ ਹੈ ਮਾਤਾ ਪਿਤਾ ਨੇ ਉਹਨਾਂ ਨੂੰ ਇੱਕ ਦਿਨ ਖੇਤੀਬਾੜੀ ਦੇ ਕੰਮ ਵਿੱਚ ਪਾਉਣ ਦੀ ਸਲਾਹ ਕੀਤੀ। ਉਸ ਤੋਂ ਪਹਿਲਾਂ ਪਸ਼ੂ ਛਡਾ ਦਿੱਤੇ, ਮੱਝਾਂ ਛਡਾ ਦਿੱਤੀਆਂ ਵੀ ਚੱਲ ਵਿਹਲਾ ਰਹਿਣਾ, ਮੱਝਾਂ ਚਾਰ ਲਿਆਇਆ ਕਰ। ਤੋ ਮੱਝਾਂ ਛੱਡ ਕੇ ਲਿਜਾਣ ਲੱਗੇ ਤੇ ਇੱਕ ਦਿਨ ਕਿਸੇ ਜ਼ਿਮੀਂਦਾਰ ਦੇ ਖੇਤਾਂ ਵਿੱਚ ਮੱਝਾਂ ਵੜ ਗਈਆਂ ਤੇ ਉਹਨੇ ਉਹ ਜ਼ਿਮੀਂਦਾਰ ਦੀ ਪੈਲੀ ਖਾ ਲਈ। ਮੱਝਾਂ ਨੇ ਆਪ ਕਿਸੇ ਦਰਖਤ ਹੇਠਾਂ ਬੈਠ ਗਏ ਸਮਾਧੀ ਲਾ ਕੇ। ਉਹ ਜ਼ਿਮੀਂਦਾਰ ਉਲਾਂਭਾ ਲੈ ਕੇ ਆ ਗਿਆ ਰਾਏ ਬਲਾਰ ਦੇ ਕੋਲ ਜੋ ਨਗਰ ਦਾ ਮੁਖੀ ਹੈ। ਉਸ ਤੋਂ ਬਾਅਦ ਕਹਿੰਦੇ ਇੱਕ ਦਿਨ ਇਹਦੇ ਪਿਤਾ ਜੀ ਮਹਿਤਾ ਕਲਿਆਣ ਦਾਸ ਜੀ, ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਦੇਵ ਜੀ ਨੂੰ ਇੱਕ ਕਾਜੀ ਦੇ ਕੋਲ ਲੈ ਗਏ, ਕਾਜੀ ਨੂਰਦੀਨ ਕੋਲ। ਕਹਿੰਦੇ ਇਹਨੂੰ ਕੁਝ ਸਿੱਖਿਆ ਦਿਓ, ਕੁਝ ਉਪਦੇਸ਼ ਦਿਓ, ਕੋਈ ਚੱਜ ਦਾ ਕੰਮ ਕਰੇ। ਤੁਹਾਡੇ ਕੋਲੇ ਪਹਿਲਾਂ ਪੜ੍ਹਨ ਭੇਜਿਆ ਸੀ, ਪੜ੍ਹਨ ਵੀ ਨਹੀਂ ਆਇਆ, ਕੀ ਕਰੀਏ? ਜੇ ਮੱਝਾਂ ਚਾਰਨ ਭੇਜਿਆ ਤਾਂ ਕਿਸੇ ਦੀ ਪੈਲੀ ਉਜਾੜ ਦਿੱਤੀ, ਉਹਦਾ ਲਾਂਭਾ ਲੈ ਕੇ ਆ ਗਿਆ। ਤਾਂ ਕਾਜੀ ਕਹਿਣ ਲੱਗਿਆ ਇਹਨਾਂ ਨੂੰ ਖੇਤੀਬਾੜੀ ਦੇ ਕੰਮ 'ਚ ਪਾ ਦਿਓ, ਤੁਹਾਡੀ ਕਾਫੀ ਜ਼ਮੀਨ ਹੈ, ਇਹ ਖੇਤੀਬਾੜੀ ਕਰ ਲੈਣ ਆਪ, ਨਾਲੇ ਮਾਇਆ ਕਾਫੀ ਆਵੇਗੀ। ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਖੇਤੀਬਾੜੀ ਦੇ ਕੰਮਾਂ 'ਚ ਪਾਓ। ਤਾਂ ਗੁਰੂ ਪਿਆਰਿਓ ਉਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਕਾਜੀ ਨੂੰ ਤੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਕੇ ਇੱਕ ਸ਼ਬਦ ਉਚਾਰਨ ਕੀਤਾ। ਕਹਿਣ ਲੱਗੇ ਕੈਸੀ ਖੇਤੀਬਾੜੀ। ਪਾਤਸ਼ਾਹ ਜੀ ਕਹਿਣ ਲੱਗੇ ਮਨੁੱਖ ਨੂੰ ਐਸੀ ਖੇਤੀ ਕਰਨੀ ਚਾਹੀਦੀ ਆ, ਹੇ ਕਾਜੀ ਸਾਹਿਬ, ਸਰੀਰ ਨੂੰ ਧਰਤੀ ਬਣਾ ਕੇ ਨਿਸ਼ਕਾਮ ਕਰਮਾਂ ਦਾ ਬੀਜ ਬੀਜਣਾ ਚਾਹੀਏ। ਕਾਜੀ ਨੇ ਕਿਹਾ ਸੀ ਕਾਫੀ ਮਾਇਆ ਆਊਗੀ, ਖੇਤੀਬਾੜੀ ਕਰੋ।
ਇਹ ਕਾਮਨਾ ਰੱਖ ਕੇ ਪਾਤਸ਼ਾਹ ਕਹਿੰਦੇ ਨਿਸ਼ਕਾਮ। ਆਰੰਭ ਕਰਦੇ ਹਨ ਸ਼ਬਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ। ਇਹ ਤਨ ਧਰਤੀ ਬੀਜ ਕਰਮਾ ਕਰੋ, ਸਲਲ ਅਪਾਓ ਸਾਰੰਗ ਪਾਣੀ। ਕਹਿੰਦੇ ਕਾਜੀ ਸਾਹਿਬ ਮਨੁੱਖ ਨੂੰ ਇਹ ਸਰੀਰ ਇੱਕ ਧਰਤੀ ਮੰਨ ਕੇ ਇਹਦੇ ਵਿੱਚ ਚੰਗੇ ਕਰਮਾਂ ਦਾ ਬੀਜ ਬੀਜਣਾ ਚਾਹੀਦਾ ਤੇ ਪ੍ਰਭੂ ਦੀ ਸਿਫਤ ਸਲਾਹ ਦਾ ਪਾਣੀ ਦੇਣਾ ਚਾਹੀਦਾ। ਐਸੀ ਖੇਤੀਬਾੜੀ ਕਰਨੀ ਚਾਹੀਦੀ ਆ ਜਿਹੜੀ ਖੇਤੀ ਦੀ ਗੱਲ ਤੁਸੀਂ ਕਰਦੇ ਹੋ ਕਿ ਮਾਇਆ ਬਹੁਤ ਆਵੇਗੀ, ਕਾਹੇ ਗਰਭ ਸਮੂੜੇ ਮਾਇਆ। ਮਾਇਆ ਦਾ ਕਿਆ ਹੰਕਾਰ ਕਰਦੇ ਹੋ? ਇਹ ਮਾਇਆ ਅਸੀਂ ਜਿਨ੍ਹਾਂ ਦੇ ਲਈ ਪੈਦਾ ਕਰਦੇ ਹਾਂ ਅਖੀਰ ਉਹਨਾਂ 'ਚੋਂ ਕੋਈ ਵੀ ਸਾਡਾ ਸਹਾਇਕ ਨਹੀਂ ਬਣਦਾ। ਮਾਂ ਪਿਤਾ ਸੁਤੋ ਸਗਲ ਕਾਲਤਰ ਮਾਤਾ। ਧੀਆਂ ਪੁੱਤਰ ਰਿਸ਼ਤੇਦਾਰੀ ਆਦਿ ਇਹ ਸਭ ਪਾਤਸ਼ਾਹ ਜੀ ਕਹਿੰਦੇ ਕਿਸੇ ਦੇ ਕੰਮ ਆਉਣ ਵਾਲਾ ਨਹੀਂ। ਇਹ ਸਾਰੇ ਅਖੀਰ ਤੇ ਸਾਡੇ ਕਿਸੇ ਵੀ ਕੰਮ ਨਹੀਂ ਆ ਸਕਦੇ। ਛੱਡ ਖੜੋਤੇ ਕਿਨੈ ਮਾਹੇ ਜਿਨ ਸਿਓ ਲੱਗਾ ਹੇਤ। ਜਿਨ੍ਹਾਂ ਦੇ ਨਾਲ ਮਨੁੱਖ ਨੇ ਬੜਾ ਮੋਹ ਪਾਇਆ ਹੋਇਆ, ਪਿਆਰ ਪਾਇਆ ਹੋਇਆ ਹੈ ਤੇ ਅਖੀਰ ਵੇਲੇ ਸਾਡੇ ਸਾਰੇ ਹੀ ਛੱਡ ਕੇ ਪਾਸੇ ਹੋ ਜਾਂਦੇ ਹਨ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਪਹਿਲੇ ਦਿਨ ਤੋਂ ਹੀ ਪਰਮੇਸ਼ਰ ਦੇ ਰੂਪ, ਪਰਮੇਸ਼ਰ ਨਾਲ ਜੁੜੇ ਰਹਿਣ ਵਾਲੇ ਸੰਸਾਰ ਦੇ ਧੰਦਿਆਂ ਵਿੱਚ ਆਪਣੇ ਆਪ ਨੂੰ ਪਾਉਣਾ ਹੀ ਨਹੀਂ ਚਾਹੁੰਦੇ ਸੀ। ਉਹ ਚਾਹੁੰਦੇ ਸੀ ਕਿ ਜਿਸ ਕੰਮ ਲਈ ਮੈਂ ਆਇਆ ਮੈਂ ਉਹ ਕੰਮ ਕਰਾਂ। ਜਗਤ ਜਲੰਦੇ ਨੂੰ ਉਠਾਰਨ ਲਈ ਉਹਨਾਂ ਨੇ ਆਉਣਾ ਕੀਤਾ। ਮੈਂ ਉਹ ਕੰਮ ਕਰਨਾ ਹੈ। ਸਮੇਂ ਸਮੇਂ 'ਤੇ ਗੁਰੂ ਨਾਨਕ ਦੇਵ ਜੀ ਨੂੰ ਨਗਰ ਨਿਵਾਸੀਆਂ ਨੇ, ਪਰਿਵਾਰ ਨੇ ਅਨੇਕਾਂ ਸਲਾਹਾਂ ਦੇਣੀਆਂ, ਆਹ ਕੰਮ ਕਰ ਲੈ, ਆਹ ਕੰਮ ਕਰ ਲੈ। ਜਿਸ ਤਰ੍ਹਾਂ ਇੱਕ ਹੋਰ ਸ਼ਬਦ ਹੈ, ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਜਦੋਂ ਪਿਤਾ ਨੇ ਖੇਤ ਭੇਜਿਆ ਖੇਤੀਬਾੜੀ ਲਈ, ਹੁਕਮ ਕਿਹਾ ਕਿ ਪੁੱਤਰ ਤੂੰ ਖੇਤੀ ਕਰ ਲੈ। ਕਹਿਣ ਲੱਗੇ ਖੇਤੀ ਤਾਂ ਮੈਂ ਕਰਦਾ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ। ਨਾਮ ਵੀ ਸੰਤੋਖ ਸੁਹਾਗਾ, ਰੱਖ ਗਰੀਬੀ ਬੇਸ। ਮੈਂ ਆਪਣੇ ਮਨ ਨੂੰ ਹਾਲੀ ਬਣਾ ਕਰਕੇ, ਤਨ ਨੂੰ ਖੇਤ ਬਣਾ ਕਰਕੇ ਪਰਮੇਸ਼ਰ ਦੇ ਸਿਮਰਨ ਦਾ ਪਾਣੀ ਲਾ ਕਰਕੇ ਸਿਮਰਨ ਦੀ ਮਿਹਨਤ ਕਰਨਾ, ਇਹ ਪਾਣੀ ਲਾਉਣਾ ਹੈ ਤੇ ਇਹਦੇ ਵਿੱਚ ਮੈਂ ਇਸ ਸਰੀਰ ਰੂਪੀ ਹਿਰਦੇ ਰੂਪੀ ਧਰਤੀ ਨੂੰ ਸੋਧ ਕੇ ਸਾਫ਼ ਕਰਕੇ ਭਾਵ ਵਿਕਾਰਾਂ ਤੋਂ ਪਛਾ ਕੇ, ਵਿਕਾਰਾਂ ਤੋਂ ਹਟਾ ਕੇ ਇਸ ਸਰੀਰ ਦੇ ਵਿੱਚ ਹਿਰਦੇ ਵਿੱਚ ਨਾਮ ਦਾ ਬੀਜ ਬੀਜਦਾ ਹਾਂ। ਮੈਂ ਖੇਤੀਬਾੜੀ ਕਰਦਾ ਹਾਂ ਤੇ ਉੱਤੋਂ ਸੰਤੋਖ ਦਾ ਸੁਹਾਗਾ ਮਾਰ ਦੇਈਦਾ ਹੈ, ਭਾਵ ਸਬਰ ਸੰਤੋਖ ਰੱਖਣਾ। ਇਸੇ ਤਰ੍ਹਾਂ ਇਹ ਕਾਜੀ ਕਹਿੰਦਾ ਮਾਇਆ ਬਹੁਤ ਆਵੇਗੀ, ਤੁਹਾਡੇ ਜ਼ਮੀਨ ਕਾਫੀ ਹੈ। ਮਹਿਤਾ ਕਲਿਆਣ ਦਾਸ ਜੀ ਇਸ ਬੱਚੇ ਨੂੰ ਖੇਤੀਬਾੜੀ 'ਚ ਪਾਓ। ਜਦ ਇਹ ਖੇਤੀਬਾੜੀ ਕਰੇਗਾ ਤਾਂ ਫਿਰ ਬਹੁਤ ਮਾਇਆ ਆਵੇਗੀ ਤੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਫਿਰ ਮਾਇਆ ਦਾ ਕੀ ਕਰਾਂਗੇ? ਉਹ ਮਾਇਆ ਅਸੀਂ ਜਿਨ੍ਹਾਂ ਨੂੰ ਖਵਾਵਾਂਗੇ ਤੇ ਅੰਤ ਵੇਲੇ ਸਾਡੇ ਕੰਮ ਨਹੀਂ ਆਉਣਾ। ਕਿਉਂ ਨਾ ਮਨੁੱਖ ਉਸ ਪਰਿਪੂਰਨ ਪਰਮੇਸ਼ਰ ਦਾ ਨਾਮ ਜਪ ਲਵੇ। ਇਹ ਤਨ ਧਰਤੀ ਬੀਜ ਕਰਮਾਂ, ਸਰੀਰ ਰੂਪੀ ਧਰਤੀ ਦੇ ਵਿੱਚ ਚੰਗੇ ਕਰਮਾਂ ਦੇ ਬੀਜ ਬੀਜ ਕੇ
ਸਲਲ ਆਪਾਓ ਸਾਰੰਗ ਪਾਣੀ, ਜਿਵੇਂ ਪਪੀਹਾ ਸਵਾਂਤੀ ਬੂੰਦ ਲਈ ਪੀਓ ਪੀਓ ਦੀ ਰਟ ਲਾਈ ਰੱਖਦਾ, ਉਸੇ ਤਰ੍ਹਾਂ ਹੀ ਮਨੁੱਖ ਪਰਮੇਸ਼ਰ ਦਾ ਨਾਮ ਜਪੇ, ਸਤਸੰਗ ਕਰੇ। ਇਹ ਮਾਨੋ ਇਸ ਧਰਤੀ ਦੇ ਵਿੱਚ ਪਾਣੀ ਜਾਂਦਾ। ਪਿੱਛੇ ਗੱਲ ਕਰਦੇ ਸੀ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਸ਼ਬਦ ਵਿੱਚ ਕਿ ਜਦੋਂ ਇਸ ਦੇ ਵਿੱਚ ਜਿਹੜੀ ਅੱਗ ਮੱਚ ਰਹੀ ਹੈ ਆਸ਼ਾ ਤ੍ਰਿਸ਼ਨਾ ਦੀ, ਵਿਸ਼ੇ ਵਿਕਾਰਾਂ ਦੀ, ਭੱਜ ਦੌੜ ਦੀ, ਉਹ ਨਾਮ ਦੇ ਜਲ ਨਾਲ ਬੁਝਣੀ ਹੈ, ਜਿਵੇਂ ਬਾਹਰਲੀ ਅੱਗ ਪਾਣੀ ਨਾਲ ਬੁਝਦੀ ਹੈ। ਅੱਗ ਨ ਮਰੈ ਜਲ ਪਾਈਐ, ਤਿਉ ਤ੍ਰਿਸ਼ਨਾ ਦਾਸਣ ਦਾਸ। ਜਿਵੇਂ ਅੱਗ ਬੁਝਦੀ ਹੈ ਪਾਣੀ ਪਾਇਆ, ਇਸੇ ਤਰ੍ਹਾਂ ਆਸ਼ਾ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ ਨਿਮਰਤਾ ਵਿੱਚ ਆ ਕੇ, ਨਾਮ ਜਪ ਕੇ। ਤੋ ਇੱਥੇ ਵੀ ਪਾਤਸ਼ਾਹ ਹੀ ਕਹਿੰਦੇ ਹੈ ਕਿ ਨਾਮ ਦਾ ਬੀਜ ਬੀਜ ਕਰਕੇ ਇਹਦੇ ਵਿੱਚ ਪਰਮੇਸ਼ਰ ਦੇ ਨਾਮ ਦਾ, ਸਤਸੰਗ ਦਾ ਪਾਣੀ ਲਾਉਣਾ ਚਾਹੀਏ। ਜਿਸ ਤਰ੍ਹਾਂ ਜ਼ਿਮੀਂਦਾਰ ਰੋਜ਼ ਖੇਤ ਗੇੜਾ ਮਾਰਦਾ, ਇਸੇ ਤਰ੍ਹਾਂ ਸਿੱਖ ਨੂੰ ਉਸ ਪਰਮੇਸ਼ਰ ਦੇ ਉਪਾਸਕ ਨੂੰ, ਉਸ ਨੂੰ ਪ੍ਰਾਪਤ ਕਰਨ ਵਾਸਤੇ ਉਸ ਦਾ ਨਾਮ ਜਪਣਾ ਚਾਹੀਦਾ ਹੈ। ਇਹ ਤਨ ਧਰਤੀ ਬੀਜ ਕਰਮਾ ਕਰੋ, ਸਲਲ ਅਪਾਓ ਸਾਰੰਗ ਪਾਣੀ। ਇਹਨੂੰ ਸਤਸੰਗ ਦਾ ਪਾਣੀ ਦਿਓ। ਮਨ ਕਿਰਸਾਨ, ਮਨ ਨੂੰ ਕਿਰਸਾਨ ਬਣਾਓ। ਆਪਾਂ ਇੱਥੇ ਬੈਠੇ ਆ ਨਾ ਤੇ ਮਨ ਕਿਧਰੇ ਭੱਜ ਜਾਂਦਾ, ਮਨ ਨੂੰ ਵਿੱਚ ਲਾਓ ਕਹਿੰਦੇ। ਜਿਵੇਂ ਖੇਤੀਬਾੜੀ ਵਿੱਚ ਜੇ ਕਿਸਾਨ ਖੇਤ ਵਿੱਚ ਹੋਵੇ ਤਾਂ ਹੀ ਖੇਤੀਬਾੜੀ ਹੋ ਸਕਦੀ ਆ। ਜੇ ਕਿਸਾਨ ਖੇਤ ਵਿੱਚ ਤਾਂ ਹੈ ਨਹੀਂ, ਸੱਥ ਵਿੱਚ ਬੈਠ ਕੇ ਗੱਲਾਂ ਮਾਰਦਾ ਹੈ, ਘਰ ਵਿੱਚ ਬੈਠਾ ਰਹਿੰਦਾ, ਖੇਤ ਜਾਂਦਾ ਨਹੀਂ, ਤੇ ਫਿਰ ਉਸ ਦੀ ਖੇਤੀ ਕਿਵੇਂ ਪਲ ਸਕਦੀ ਹੈ। ਇਸੇ ਤਰ੍ਹਾਂ ਹੀ ਸਾਡਾ ਮਨ ਹਿਰਦੇ ਵਿੱਚ ਰਹਿਣਾ ਚਾਹੀਦਾ, ਦੂਰ ਨਹੀਂ ਜਾਣਾ ਚਾਹੀਏ। ਮਨ ਕਿਰਸਾਨ, ਇਸ ਮਨ ਰੂਪੀ ਕਿਰਸਾਨ ਨੂੰ ਵਿੱਚ ਲਾ ਕਰਕੇ ਹਰ ਹਿਰਦੈ ਜਮਾਏ ਲੈ, ਆਪਣੇ ਹਿਰਦੈ ਰੂਪੀ ਖੇਤ ਵਿੱਚ ਹਰੀ ਦੇ ਨਾਮ ਨੂੰ ਜਮਾਉਣਾ ਕਰ, ਵਸਾਉਣਾ ਕਰ। ਇਉਂ ਪਾਵਸ ਪਦ ਨਿਰਬਾਣੀ, ਇਉਂ ਨਿਰਬਾਣ ਉਹ ਬਾਣ ਜਿਹੜਾ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਨਿਰਵਾਣ ਪਦਵੀ ਜਿਹੜੀ ਸਾਡੇ ਪਰਮੇਸ਼ਰ ਦੇ ਨਾਲ ਮਿਲਾਉਣ ਵਾਲੀ ਹੈ, ਉਹਦੀ ਪ੍ਰਾਪਤੀ ਹੋ ਸਕਦੀ ਹੈ। ਕਾਜੀ ਸਾਹਿਬ, ਜਿਸ ਮਾਇਆ ਦੀ ਤੁਸੀਂ ਗੱਲ ਕਰਦੇ ਹੋ, ਕਾਹੇ ਗਰਭ ਸਮੂੜੇ ਮਾਇਆ, ਮਾਇਆ ਦਾ ਕਿਆ ਹੰਕਾਰ ਕਰਨਾ। ਮਾਇਆ ਵੱਲ ਵੇਖ ਕੇ ਮਨੁੱਖ ਬੜਾ ਹੰਕਾਰ ਕਰਦਾ ਕਿ ਮੇਰੇ ਕੋਲ ਬਹੁਤ ਹੈ। ਪਿੱਤ ਸੁੱਤੋ ਸਗਲ ਕਾ ਲੱਤਰ ਮਾਤਾ, ਧੀਆਂ ਪੁੱਤਰ ਘਰ ਵਾਲੀ, ਹੋਰ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ, ਇਹ ਤੇਰੀ ਮਾਇਆ ਨੂੰ ਖਾ ਕਰਕੇ ਤੇ ਜਿੱਦੇ ਆਖਰੀ ਸਮਾਂ ਹੋਇਆ ਭੱਜ ਜਾਣਗੇ। ਦਿਨ ਤੇ ਪਹਿਰ ਪਹਿਰ ਤੇ ਘਰੀਆਂ, ਆਪ ਘਟੈ ਤਨ ਛੀਜੈ, ਕਾਲ ਅਹੇਰੀ ਫਿਰੈ। ਕਾਲ ਜਿਹੜਾ ਹੈ ਸ਼ਿਕਾਰੀ ਬਣ ਕੇ ਮਨੁੱਖ ਦੇ ਮਗਰ ਲੱਗਿਆ ਹੋਇਆ ਹੈ, ਔਰ ਪਲ ਪਲ ਕਰਕੇ ਮਨੁੱਖ ਦੀ ਜ਼ਿੰਦਗੀ ਖਾਤਮੇ ਵੱਲ ਜਾ ਰਹੀ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਕਾ ਕੋ ਪੂਤ ਪਿਤਾ ਕੋ, ਕਾ ਕੋ ਕਵਨ ਪੁਰਖ ਕੀ ਜੋਈ, ਘਟ ਛੂਟੈ ਕੋ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ। ਫਿਰ ਸਾਰੇ ਕਹਿਣਗੇ ਚਲੋ ਲੈ ਚੱਲੋ, ਤੇ ਅੱਗੇ ਜੀਵ ਨੂੰ ਆਪਣੇ ਕਰਮਾਂ ਦਾ ਜਦ ਲੇਖਾ ਦੇਣਾ ਪੈਂਦਾ, ਫਿਰ ਕੋਈ ਵੀ ਉਹਦਾ ਦੁੱਖ ਨਹੀਂ ਵੰਡਾ ਸਕਦਾ। ਦੁੱਖ ਉਹਨੂੰ ਇਕੱਲੇ ਨੂੰ ਹੀ ਝੱਲਣੇ ਪੈਂਦੇ ਹਨ। ਇਸ ਕਰਕੇ ਬਾਬਾ ਜੀ ਕਹਿੰਦੇ, ਕਾਜੀ ਸਾਹਿਬ, ਕਿਆ ਖੇਤੀਬਾੜੀ ਦੇ ਚੱਕਰਾਂ 'ਚ ਪੈਣਾ, ਮਨੁੱਖ ਨੂੰ ਉਸ ਪਰਮੇਸ਼ਰ ਦੇ ਨਾਮ ਨਾਲ ਵੀ ਜੁੜਨਾ ਚਾਹੀਦਾ।
ਮਕਸਦ ਹੈ ਕਿ ਜੇ ਮਨੁੱਖ ਪਰਮੇਸ਼ਰ ਨਾਲ ਨਹੀਂ ਜੁੜਿਆ ਤੇ ਕੇਵਲ ਧੰਦਿਆਂ ਵਿੱਚ ਫਸ ਕੇ ਆਪਣਾ ਸਮਾਂ ਬਰਬਾਦ ਕਰਦਾ ਹੈ। ਪਾਤਸ਼ਾਹ ਜੀ ਨੇ ਸਾਨੂੰ ਗ੍ਰਸਤੀ ਜੀਵਨ ਵਿੱਚ ਰਹਿਣ ਨੂੰ ਕਿਹਾ, ਮਿਹਨਤ ਕਰਨ ਨੂੰ ਵੀ ਕਿਹਾ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਇੱਥੇ ਕਹਿ ਰਹੇ ਹੈ ਕਿ ਬੰਦਾ ਕੰਮ ਹੀ ਨਾ ਕਰੇ, ਪਰ ਉਹਨਾਂ ਦਾ ਜਿਹੜਾ ਮਕਸਦ ਸੀ, ਜਿਸ ਕੰਮ ਲਈ ਉਹ ਆਏ, ਉਹਨਾਂ ਨੇ ਸਾਨੂੰ ਉਸ ਕੰਮ ਦੇ ਉੱਤੇ ਵੀ ਜ਼ੋਰ ਪਾ ਕੇ ਦੱਸਣਾ ਸੀ ਕਿ ਇਹ ਕੰਮ ਵੀ ਜ਼ਰੂਰੀ ਹੈ। ਕਾਜੀ ਸਾਹਿਬ, ਜਿਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਜੀ ਨੇ ਫਿਰ ਸੁਲਤਾਨਪੁਰ ਲੋਧੀ ਜਾ ਕੇ ਜਦ ਕੁਝ ਦਿਨ ਬਤੀਤ ਹੋਏ ਤੇ ਇੱਕ ਦਿਨ ਕਹਿਣ ਲੱਗੇ, ਭੈਣ ਮੈਨੂੰ ਕੋਈ ਕੰਮ ਦੱਸੋ, ਮੈਂ ਕੰਮ ਕਰਾਂ। ਤੇ ਬੇਬੇ ਨਾਨਕੀ ਕਹਿਣ ਲੱਗੀ, ਵੀਰਾ ਤੂੰ ਕੀ ਕੰਮ ਕਰਨਾ? ਕੋਈ ਕੰਮ ਨਹੀਂ ਕਰਨਾ, ਤੂੰ ਬਸ ਬੈਠਾ ਰਹਿ ਸਾਡੇ ਕੋਲ ਤੇ ਸਾਨੂੰ ਰੱਬ ਦੀਆਂ ਗੱਲਾਂ ਸੁਣਾਇਆ ਕਰ। ਘਰੇ ਬਹੁਤ ਕੁਝ ਹੈ, ਖਾਣ ਪੀਣ ਨੂੰ ਲੋੜ ਨਹੀਂ ਹੈ। ਉੱਥੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਨਹੀਂ ਭੈਣ, ਬੰਦਾ ਵਿਹਲਾ ਬੈਠਾ ਵੀ ਚੰਗਾ ਨਹੀਂ ਲੱਗਦਾ, ਕੋਈ ਨਾ ਕੋਈ ਕੰਮ ਕਰਨਾ ਚਾਹੀਦਾ। ਫਿਰ ਭਾਈਆ ਜੈ ਰਾਮ ਜੀ ਨਾਲ ਗੱਲ ਹੋਈ ਤੇ ਉਹ ਕਹਿਣ ਲੱਗੇ, ਤੁਹਾਡੀ ਮਰਜ਼ੀ ਹੈ, ਜੇ ਕੰਮ ਕਰਨਾ ਤੇ ਦੌਲਤ ਖਾਨ ਦਾ ਮੋਦੀ ਖਾਨਾ ਹੈ ਜਿਹੜਾ ਉਹ ਚਲਾ ਲਓ, ਚਲਾ ਸਕਦੇ ਹੋ? ਕਹਿੰਦੇ ਹਾਂ ਚਲਾ ਲਾਂਗੇ। ਇਸ ਤਰ੍ਹਾਂ ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਦੇਵ ਜੀ ਉੱਥੇ ਜਾ ਕੇ ਕਿਰਤ ਕਰਦੇ ਆ, ਮਿਹਨਤ ਕਰਦੇ ਆ। ਚਾਰੇ ਉਦਾਸੀਆਂ ਪੂਰੀਆਂ ਕਰਕੇ ਜਿਹੜੀ ਜਗ੍ਹਾ ਕਰਤਾਰਪੁਰ ਧਰਮਸ਼ਾਲਾ ਦੇ ਨਾਮ ਜ਼ਮੀਨ ਸੀ ਨਾਲ ਲੱਗਦੀ, ਉਹਦੇ ਵਿੱਚ ਖੇਤੀਬਾੜੀ ਵੀ ਕਰਦੇ ਆ। ਹੁਣ ਇਹ ਸ਼ਬਦ ਨੂੰ ਪੜ੍ਹ ਕੇ ਅਸੀਂ ਇਹੀ ਨਾ ਸੋਚ ਲਈਏ ਕਿ ਸ਼ਾਇਦ ਗੁਰੂ ਸਾਹਿਬ ਕਹਿੰਦੇ ਕੰਮ ਕਰਨਾ ਹੀ ਨਹੀਂਗਾ, ਪਰ ਉਹਦੇ ਨਾਲ ਨਾਲ ਆਹ ਕੰਮ ਵੀ ਕਰਨਾ ਜਿਹੜਾ ਗੁਰੂ ਨੇ ਦੱਸਿਆ ਕਿ ਇਸ ਤਨ ਨੂੰ ਖੇਤ ਬਣਾ ਕੇ, ਮਨ ਨੂੰ ਕਿਰਸਾਨ ਬਣਾ ਕੇ, ਸਤਸੰਗ ਦਾ ਪਾਣੀ ਲਾ ਕੇ ਇਹ 'ਚ ਨਾਮ ਦਾ ਬੀਜ ਵੀ ਬੀਜ ਲੈ। ਕਿਉਂਕਿ ਜਿਵੇਂ ਇੱਥੇ ਸਰੀਰ ਕਰਕੇ ਮਾਇਆ ਦੀ ਲੋੜ ਹੈ, ਉੱਥੇ ਆਤਮਾ ਨੂੰ ਨਾਮ ਦੀ ਲੋੜ ਪੈਣੀ ਆ। ਇਸ ਕਰਕੇ ਆਪਣਾ ਉਹ ਕੰਮ ਵੀ ਜ਼ਰੂਰੀ ਹੈ ਕਰਨਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸਿੱਖਾ ਜਿਨ੍ਹਾਂ ਦੇ ਪਿੱਛੇ ਤੂੰ ਮਾਇਆ ਕਤਰ ਕਰ ਰਿਹਾ ਹੈ, ਭਰਨ ਪੋਖਣ ਸੰਗ ਔਧ ਬਿਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਸਮਾਨ ਇਕੱਠਾ ਕਰ ਲਿਆ, ਖਾ ਪੀ ਲਿਆ, ਵਰਤਾ ਦਿੱਤਾ, ਪਰਮੇਸ਼ਰ ਨਾਲ ਜੁੜਿਆ ਨਹੀਂ ਤਾਂ ਸਮਝੋ ਸਮਾਂ ਖਰਾਬ ਕਰ ਰਿਹਾ ਹੈ। ਮੇਰੇ ਪ੍ਰੀਤਮ ਜੀ ਕਹਿੰਦੇ, ਕਾਹੇ ਗਰਭ ਸਮੂੜੇ ਮਾਇਆ, ਕਿਆ ਤੂੰ ਮਾਇਆ ਦਾ ਹੰਕਾਰ ਕਰਦਾ? ਕਾਜੀ ਕਹਿੰਦਾ ਸੀ ਨਾ, ਖੇਤੀਬਾੜੀ 'ਚ ਪਾ ਦਿਓ ਨਾਨਕ ਨੂੰ ਤਾਂ ਤੇ ਕਾਫੀ ਮਾਇਆ ਵੀ ਆਵੇਗੀ। ਪਾਤਸ਼ਾਹ ਕਹਿੰਦੇ, ਮਾਇਆ ਦਾ ਕਿਆ? ਤੇ ਜਦੋਂ ਸੁਲਤਾਨਪੁਰ ਜਾ ਕੇ ਮੋਦੀਖਾਨਾ ਚਲਾਇਆ ਤੇ ਮੋਦੀਖਾਨੇ 'ਤੇ ਬੈਠ ਕੇ ਕਿਰਤ ਤਾਂ ਕਰਦੇ ਹੈ, ਪਰ ਪੈਸਾ ਜੋੜਦੇ ਨਹੀਂ। ਜੋ ਉਹਨਾਂ ਦੀ ਆਪਣੀ ਤਨਖਾਹ ਹੈ, ਆਪਣਾ ਨਫਾ ਹੈ, ਆਪਣੀ ਮਿਹਨਤ ਹੈ ਜਿਹੜੀ, ਉਹ ਵੀ ਸਾਰੀ ਜਿਹੜੀ ਹੈ ਗਰੀਬ ਲੋਕਾਂ ਨੂੰ ਵੰਡ ਦਿੰਦੇ ਹਨ ਰਾਸ਼ਨ ਦੇ ਰੂਪ 'ਚ। ਤੇ ਇੱਕ ਦਿਨ ਪਿਤਾ ਮਹਿਤਾ ਕਾਲੂ ਨੇ ਸੁਣਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੋਦੀਖਾਨੇ ਦੀਆਂ ਧੁੰਮਾਂ ਪੈ ਗਈਆਂ ਇਲਾਕੇ 'ਚ, ਤੇ ਸਾਰੀ ਦੁਨੀਆ ਜਿਹੜੀ ਹੈ ਲਗਭਗ ਨੇੜੇ ਨੇੜੇ ਦੇ ਪਿੰਡਾਂ ਦੇ ਲੋਕ ਸੌਦਾ ਮੋਦੀਖਾਨੇ 'ਤੇ ਲੈਣ ਆਉਣ ਲੱਗੇ। ਤੇ ਦੂਰ ਦੂਰ ਤੱਕ ਗੱਲਾਂ ਹੋਣ ਲੱਗੀਆਂ ਵੀ ਸੁਲਤਾਨਪੁਰ ਇੱਕ ਮੋਦੀਖਾਨਾ ਖੋਲ੍ਹਿਆ, ਬਾਬੇ ਨਾਨਕ ਨੇ ਖੋਲ੍ਹਿਆ। ਕਹਿੰਦੇ ਬੜਾ ਬਈ ਚੱਲਦਾ ਹੈ, ਬੜਾ ਗਾਹਕ ਪੈਂਦਾ ਹੈ, ਬੜਾ ਸਸਤਾ ਸੌਦਾ ਦਿੰਦੇ ਨੇ ਉਹ, ਕਈਆਂ ਨੂੰ ਤਾਂ ਫ੍ਰੀ ਵੀ ਦੇਈ ਜਾਂਦੇ ਆ। ਤੇ ਉੱਥੇ ਤਾਂ ਭੀੜ ਲੱਗ ਗਈ। ਇਹ ਗੱਲ ਘੁੰਮਦੀ ਘੁੰਮਦੀ ਉੜਦੀ ਉੜਦੀ ਬਾਬੇ ਨਾਨਕ ਜੀ ਦੇ ਪਿਤਾ ਮਹਿਤਾ ਕਾਲੂ ਦੇ ਕੰਨ ਵਿੱਚ ਜਾ ਪਈ। ਤੇ ਮਹਿਤਾ ਕਾਲੂ ਜੀ ਨੇ, ਮਹਿਤਾ ਕਲਿਆਣ ਦਾਸ ਜੀ ਨੇ ਸੋਚਿਆ ਵੀ ਜੇ ਇੰਨਾ ਗਾਹਕ ਆਉਂਦਾ ਫਿਰ ਤਾਂ ਕਮਾਈ ਬੜੀ ਕੀਤੀ ਹੋਊਗੀ, ਜਾ ਕੇ ਮੈਂ ਪੈਸੇ ਫੜ ਲਿਆਵਾਂ। ਉਹਨੇ ਖਰਾਬ ਹੀ ਕਰ ਦੇਣੇ ਆ, ਪਤਾ ਹੀ ਹੈ। ਇੱਥੇ ਵੀ ਉਹਦੀ ਆਦਤ ਸੀਗੀ। ਤੇ ਜਦੋਂ ਮਹਿਤਾ ਕਾਲੂ ਜੀ ਪਹੁੰਚੇ ਮੋਦੀਖਾਨੇ 'ਤੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਗੱਦੀ ਤੋਂ ਉੱਠ ਕੇ ਆ ਕੇ ਮੰਜਾ ਡਾਹਿਆ, ਬਿਠਾ ਲਿਆ ਕੋਲ, ਆਪ ਬੈਠ ਗਏ।
ਕਈ ਮਹੀਨਿਆਂ ਬਾਅਦ ਮਹਿਤਾ ਕਲਿਆਣ ਦਾਸ ਜੀ ਮਿਲੇ ਆ ਬਾਬੇ ਨਾਨਕ ਆਪਣੇ ਪੁੱਤਰ ਨੂੰ, ਬੜਾ ਪਿਆਰ ਉਮੜਿਆ। ਗੋਦ 'ਚ ਲੈ ਕੇ ਸਿਰ 'ਤੇ ਹੱਥ ਫੇਰਦੇ ਆ, ਪਿਆਰ ਕਰਦੇ ਆ, ਸੁੱਖ ਸਾਂਦ ਪੁੱਛਦੇ ਆ। ਤੇ ਫਿਰ ਕਹਿੰਦੇ ਪੁੱਤਰ ਫਿਰ ਪੈਸੇ ਪੂਸੇ ਕਿੰਨੇ ਕੁ ਜੋੜ ਲਏ? ਅਸਲੀ ਮਕਸਦ ਤੇ ਆ ਗਏ। ਕਹਿੰਦੇ ਮੈਂ ਸੁਣਿਆ ਬੜਾ ਗਾਹਕ ਪੈਂਦਾ, ਲੈਣਾ ਲੱਗੀਆਂ ਰਹਿੰਦੀਆਂ ਦੁਕਾਨ ਤੇ, ਤਾਂ ਮਾਇਆ ਕਿੰਨੀ ਕੁ ਜੋੜ ਲਈ? ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਾਪੂ ਕੀ ਕਰੀਏ, ਮਾਇਆ ਖੜਦੀ ਨਹੀਂ, ਇੱਧਰੋਂ ਆਉਂਦੀ ਹੈ ਇੱਧਰ ਟੱਪ ਜਾਂਦੀ ਆ। ਕਹੋ ਸਤਿਨਾਮ ਸ੍ਰੀ। ਬਸ ਇੰਨੀ ਗੱਲ ਸੁਣ ਕੇ ਮਹਿਤਾ ਕਾਲੂ ਜੀ ਦਾ ਪਿਆਰ ਤਾਂ ਕਿਧਰੇ ਉੱਡ ਗਿਆ, ਗੁੱਸੇ ਹੋਰੀਆਂ ਆ ਗਏ, ਕ੍ਰੋਧ ਆ ਗਿਆ। ਕਹਿਣ ਲੱਗਿਆ ਤੂੰ ਕਦੇ ਚੱਜ ਦਾ ਕੰਮ ਨਾ ਕੀਤਾ। ਛੋਟਾ ਹੁੰਦਾ ਘਰ ਦੇ ਭਾਂਡੇ ਬਾਹਰ ਸਿੱਟੇ ਆਉਂਦਾ ਸੀਗਾ, ਵਸਤੂਆਂ ਗਵਾ ਦਿੰਦਾ ਸੀ। ਹੁਣ ਕਮਾਉਣ ਜੋਗਾ ਹੋਇਆ ਤਾਂ ਜਿਹੜੇ 4 ਪੈਸੇ ਇੱਥੇ ਆਉਂਦੇ ਆ, ਲੱਗਦਾ ਉਹ ਵੀ ਸਾਧਾਂ ਨੂੰ ਖਵਾਈ ਜਾਂਦਾ ਹੋਏਗਾ। ਤਾਂ ਗੁਰੂ ਪਿਆਰਿਓ, ਕਹਿਣ ਤੋਂ ਭਾਵ ਗੁਰੂ ਨਾਨਕ ਦੇਵ ਜੀ ਦੇ ਆਉਣ ਦਾ ਮਕਸਦ ਜਿਹੜਾ ਸੀ, ਉਹਨਾਂ ਨੇ ਆਪਣਾ ਮਕਸਦ ਪੂਰਾ ਕੀਤਾ ਹੈ, ਭਾਵੇਂ ਕਿ ਕਿਰਤ ਵੀ ਕੀਤੀ ਆ। ਇੱਥੇ ਸਤਿਗੁਰੂ ਪਾਤਸ਼ਾਹ ਜੀ ਉਹ ਕਾਜੀ ਦੀ ਗੱਲ ਦਾ ਜਵਾਬ ਦਿੰਦੇ ਆ, ਜਿਹੜਾ ਕਹਿੰਦਾ ਨਾਨਕ ਨੂੰ ਖੇਤੀਬਾੜੀ 'ਚ ਪਾ ਦਿਓ, ਚੰਗੀ ਕਮਾਈ ਆਵੇਗੀ। ਕਾਹੇ ਗਰਭ ਸਮੂੜੇ ਮਾਇਆ, ਕਾਜੀ ਸਾਹਿਬ ਕਾਹਦਾ ਹੰਕਾਰ ਕਰੀਏ ਮਾਇਆ ਦਾ। ਇਹ ਮਾਇਆ ਜਿਨ੍ਹਾਂ ਵਾਸਤੇ ਕਮਾਉਣੇ ਆ, ਅਖੀਰ ਤੇ ਇਹਨਾਂ 'ਚੋਂ ਕੋਈ ਵੀ ਨਾਲ ਨਹੀਂ ਖੜਦਾ। ਪਿੱਤ ਸੁੱਤੋ ਧੀਆਂ ਪੁੱਤਰ ਸਗਲ ਕਲੱਤਰ, ਸਾਰੇ ਰਿਸ਼ਤੇਦਾਰ ਕਲੱਤਰ ਹੁੰਦੀ ਹੈ ਘਰ ਵਾਲੀ। ਮਾਤਾ ਜਿਨ੍ਹਾਂ ਦੇ ਵਿੱਚ ਮਨੁੱਖ ਮਸਤ ਰਹਿੰਦਾ, ਰੱਬ ਨੂੰ ਭੁਲਾਈ ਰੱਖਦਾ, ਇਹਨਾਂ ਲੋਕਾਂ ਵਿੱਚ ਮਸਤ ਰਹਿੰਦਾ, ਰੱਬ ਭੁੱਲਿਆ ਰਹਿੰਦਾ ਹੈ। ਤੇਰੇ ਹੋਏ ਨਾ ਅੰਤ ਸਿਖਾਇਆ, ਇਹਨਾਂ 'ਚੋਂ ਕੋਈ ਵੀ ਅੰਤ ਵੇਲੇ ਤੇਰੀ ਮਦਦ ਨਹੀਂ ਕਰ ਸਕਦੇ। ਤੇ ਜਿਹਨੇ ਮਦਦ ਕਰਨੀ ਹੈ ਉਹਦਾ ਨਾਮ ਨਹੀਂ ਜਪਦਾ, ਉਹਨੂੰ ਯਾਦ ਨਹੀਂ ਕਰਦਾ। ਰਹਾਓ ਵਿਖੈ ਵਿਕਾਰ ਦੁਸ਼ਟ ਕਿਰਖਾ ਕਰੈ। ਇਹ ਮਨੁੱਖ ਸਾਰਾ ਦਿਨ ਵਿਸ਼ੇ ਵਿਕਾਰਾਂ ਨੂੰ ਇਕੱਠੇ ਕਰਦਾ ਰਹਿੰਦਾ। ਵਿਖੈ ਵਿਕਾਰ ਦੁਸ਼ਟ ਕਿਰਖਾ ਕਰੈ, ਇਨ ਤਜ ਆਤਮੈ ਹੋਏ ਧਿਆਈ। ਮਨੁੱਖ ਵਿਸ਼ੇ ਵਿਕਾਰਾਂ ਨੂੰ ਛੱਡ ਕੇ ਕਿਰਖਾ ਭਾਵ ਕੱਟ ਕੇ, ਕਿਰਖਾ ਕਰੇ ਕੱਟਣਾ ਕਰੇ। ਕਿਰਸਾਨ ਦਾ ਅਰਥ ਹੈ ਫਸਲ ਪੈਦਾ ਕਰਨਾ, ਕੱਟਣਾ ਦਾਣੇ ਕੱਢਣੇ। ਤੋ ਕਿਰਖਾ ਦਾ ਅਰਥ ਹੈ ਕੱਟਣਾ। ਕਾਜੀ ਸਾਹਿਬ ਮਨੁੱਖ ਨੂੰ ਵਿਸ਼ੇ ਵਿਕਾਰਾਂ ਤੋਂ ਉੱਤੇ ਉੱਠ ਕੇ, ਜਿਵੇਂ ਕਿਰਖੀ ਹਿੰਦੀ ਵਿੱਚ ਕਿਸਾਨ ਨੂੰ ਕਹਿੰਦੇ ਆ, ਤੇ ਕਿਸਾਨ ਆਪਣੀ ਫਸਲ ਦੇ ਵਿੱਚੋਂ ਕਸੌਲੀ ਲੈ ਕੇ, ਦਾਤੀ ਕਹੀ ਲੈ ਕੇ ਨਦੀਨ ਨੂੰ ਕੱਟਦਾ ਹੈ। ਹੁਣ ਖੇਤੀਬਾੜੀ ਦੱਸ ਰਹੇ ਨੇ ਅੰਦਰਲੀ। ਪਾਤਸ਼ਾਹ ਕਹਿੰਦੇ ਸਿੱਖਾ ਤੇਰੇ ਹਿਰਦੇ ਵਿੱਚ ਕਈ ਨਦੀਨ ਵੀ ਪੈਦਾ ਹੋ ਜਾਣਗੇ ਵਿਕਾਰਾਂ ਦੇ। ਹੰਕਾਰ ਵੀ ਆ ਸਕਦਾ ਹੈ। ਹੰਕਾਰ ਐਸਾ ਸੂਖਮ ਹੈ ਕਿ ਮਨੁੱਖ ਦੇ ਅੰਦਰ ਇਹ ਰੰਗ ਬਦਲ ਕੇ ਵੜ ਜਾਂਦਾ ਹੈ। ਜੇ ਸੰਸਾਰੀ ਹੈ ਤੇ ਸੰਸਾਰੀ ਰੂਪ 'ਚ ਆ ਜਾਂਦਾ, ਜੇ ਭਗਤੀ ਕਰਨ ਪੈ ਗਿਆ ਤੇ ਭਗਤੀ ਦੇ ਰੂਪ 'ਚ ਹੀ ਹੰਕਾਰ ਆ ਜਾਂਦਾ ਹੈ। ਜਿਸ ਤਰ੍ਹਾਂ ਭਾਈ ਜੋਗੇ ਨੂੰ ਆ ਗਿਆ, ਜਦੋਂ ਪਾਤਸ਼ਾਹ ਦਾ ਬਚਨ ਮੰਨ ਕੇ 2 ਲਾਵਾਂ ਲੈ ਕੇ ਤੇ ਵਿਚਾਲੇ ਛੱਡ ਕੇ ਤੁਰ ਪਿਆ ਨਾ, ਤੇ ਅੱਗੇ ਜਾ ਕੇ ਹੰਕਾਰ ਆ ਗਿਆ। ਮੇਰੇ ਵਰਗਾ ਕਿਹੜਾ ਸਿੱਖ ਹੈ ਜਿਹੜਾ ਘਰ ਵਾਲੀ ਨੂੰ 2 ਲਾਵਾਂ ਲੈ ਕੇ ਛੱਡਿਆ ਵੇ। ਉਸ ਹੰਕਾਰ ਨੇ ਅੱਗੇ ਜਾ ਕੇ ਕਿੱਥੋਂ ਤੱਕ ਪਹੁੰਚਾ ਦਿੱਤਾ ਸੀ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਿੱਖ ਨੂੰ ਐਸੀ ਖੇਤੀਬਾੜੀ ਵੀ ਕਰਨੀ ਚਾਹੀਦੀ ਆ, ਹਿਰਦੇ ਵਿੱਚ ਨਾਮ ਦਾ ਬੀਜ ਬੀਜਣਾ ਚਾਹੀਦਾ ਹੈ, ਸਤਸੰਗ ਦਾ ਪਾਣੀ ਲਾਉਣਾ ਚਾਹੀਦਾ ਹੈ, ਇਹਨੂੰ ਸਾਫ਼ ਕਰਨਾ ਚਾਹੀਦਾ। ਇਹਦੇ ਵਿੱਚੋਂ ਸਮੇਂ ਸਮੇਂ 'ਤੇ ਵਿਕਾਰ ਵੀ ਪੈਦਾ ਹੋਣਗੇ, ਉਹਨਾਂ ਨੂੰ ਵੀ ਮਾਰਦੇ ਰਹਿਣਾ ਚਾਹੀਦਾ। ਸਮੇਂ ਸਮੇਂ 'ਤੇ ਜਿਹੜੇ ਮਨੁੱਖ ਦੇ ਅੰਦਰ ਰੂਪ ਰਸ ਰੰਗ ਗੰਧ ਕਰਕੇ ਇਹ 5 ਤਰ੍ਹਾਂ ਦੇ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਪੈਦਾ ਹੋਣਗੇ,
ਮਾੜੇ ਸੁਭਾਅ, ਮਾੜੀ ਸੋਚ, ਇਹਨਾਂ ਨੂੰ ਵੀ ਕਿਰਸਾਨ ਦੀ ਨਿਆਈ ਸਮੇਂ ਸਮੇਂ 'ਤੇ ਕੱਟਦੇ ਰਹਿਣਾ ਚਾਹੀਦਾ ਹੈ, ਤਾਂ ਕਿ ਇਹ ਤੇਰੀ ਜ਼ਿੰਦਗੀ ਨੂੰ ਖਰਾਬ ਨਾ ਕਰ ਸਕਣ। ਜੇ ਜ਼ਿਮੀਂਦਾਰ ਖੇਤ ਗੇੜਾ ਨਾ ਮਾਰੇ ਤੇ ਵਿਕਾਰ ਜਿਹੜਾ ਹੈ, ਘਾਹ ਫੂਸ ਨਦੀਨ ਜਿਹੜਾ ਹੈ ਫਸਲ ਦੇ ਉੱਤੋਂ ਦੀ ਪੈ ਜਾਂਦਾ ਹੈ, ਫਸਲ ਮਰ ਜਾਂਦੀ ਹੈ। ਤੇ ਇਸੇ ਤਰ੍ਹਾਂ ਮਨੁੱਖ ਦਾ ਮਨ ਆਪਣੇ ਅੰਦਰ ਝਾਤੀ ਨਾ ਮਾਰੇ, ਮਨੁੱਖ ਆਪਣੀ ਜ਼ਮੀਰ ਵੱਲ ਨਾ ਸੋਚੇ ਤੇ ਇਸ ਦੀ ਜ਼ਮੀਰ ਮਰ ਜਾਂਦੀ ਹੈ ਔਰ ਨਾਮ ਦੀ ਫਸਲ ਵੀ ਮਰ ਜਾਂਦੀ ਹੈ, ਉਹ ਵੀ ਪੈਦਾ ਨਹੀਂ ਹੁੰਦੀ। ਇਸ ਕਰਕੇ ਪਾਤਸ਼ਾਹ ਜੀ ਇੱਥੇ ਖੇਤੀਬਾੜੀ ਦੇ ਰਾਹੀਂ ਇੱਕ ਉਦਾਹਰਨ ਦਿੰਦੇ ਨੇ। ਜਦੋਂ ਧੰਨ ਗੁਰੂ ਨਾਨਕ ਦੇਵ ਜੀ ਕਾਫੀ ਸਮੇਂ ਬਾਅਦ ਉਦਾਸੀ ਕਰਕੇ ਪਿੰਡ ਆਏ ਨਾ, ਤੇ ਮਾਤਾ ਪਿਤਾ ਮਿਲੇ ਤੇ ਪੁੱਤਰ ਨੂੰ ਬਹੁਤ ਸਮਝਾਉਂਦੇ ਆ। ਮਾਤਾ ਆ ਗਈ, ਪਿਤਾ ਆ ਗਿਆ, ਚਾਚਾ ਲਾਲੂ ਆ ਗਿਆ। ਤੇ ਗੁਰੂ ਪਿਆਰਿਓ, ਪਿਤਾ ਕਹਿਣ ਲੱਗਿਆ, ਪੁੱਤਰ ਤੂੰ ਘਰ ਰਹਿ ਕੇ ਖੇਤੀਬਾੜੀ ਕਰ ਲਾ, ਆਪਣੇ ਕੋਲੇ ਫਸਲ ਬਹੁਤ ਹੈ, ਕਹੇ ਤਾਂ ਮੈਂ ਨਾਲ ਸੀਰੀ ਰੱਖ ਦਿਆਂਗਾ, ਦਿਹਾੜੀਏ ਰੱਖ ਦਿਆਂਗਾ, ਮਜ਼ਦੂਰਾਂ ਨੂੰ ਲੈ ਕਰਕੇ ਖੇਤੀਬਾੜੀ ਕਰ ਲਿਆ ਕਰ। ਤੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਪਿਤਾ ਜੀ ਖੇਤੀਬਾੜੀ ਤਾਂ ਮੈਂ ਕਰਦਾ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਧਨ ਖੇਤ, ਨਾਮ ਵੀ ਸੰਤੋਖ ਸੁਹਾਗਾ, ਰੱਖ ਗਰੀਬੀ ਬੇਸ। ਹੁਣ ਖੇਤ ਜਾਣ ਵਾਲਾ ਮਨੁੱਖ ਹੈ ਜਿਹੜਾ, ਉਹ ਕੋਈ ਟੌਰ ਕੱਢ ਕੇ ਪ੍ਰੈਸ ਕਰਕੇ ਕੱਪੜੇ ਥੋੜ੍ਹਾ ਪਾਉਂਦਾ। ਸਾਦੇ ਕੱਪੜੇ ਜਿਵੇਂ ਮਿਲ ਗਏ ਪਾ ਕੇ ਚਲਿਆ ਗਿਆ। ਖੇਤੀਬਾੜੀ ਕਰਦਾ, ਖੁੱਭ ਕੇ ਸਰੀਰ ਦੇ ਖੇਤੀ ਦੇ ਵਿੱਚ ਆਪਣੇ ਮਨ ਨੂੰ ਲਾ ਕਰਕੇ, ਉਸੇ ਤਰ੍ਹਾਂ ਹੀ ਕਹਿੰਦੇ ਜਿਵੇਂ ਖੇਤੀ ਕਰਦਾ ਮਨੁੱਖ, ਉਸੇ ਤਰ੍ਹਾਂ ਹੀ ਨਾਮ ਵਾਲੇ ਪਾਸੇ ਵੀ ਚੱਲੇ। ਮਨ ਨੂੰ ਹਾਲੀ ਬਣਾ ਕੇ, ਕਿਰਸਾਨ ਬਣਾ ਕੇ, ਮਨ ਹਾਲੀ ਕਿਰਸਾਨੀ ਕਰਨੀ, ਮਨ ਨੂੰ ਹਾਲੀ ਬਣਾ ਕੇ ਖੇਤੀਬਾੜੀ ਕਰੇ। ਸਰਮ ਪਾਣੀ, ਮਿਹਨਤ ਦਾ ਪਾਣੀ, ਸਤਸੰਗ ਦੇ ਵਿੱਚ ਬੈਠ ਕੇ ਸਿਮਰਨ ਭਜਨ ਬੰਦਗੀ ਕਰਨੀ, ਇਹ ਮਿਹਨਤ ਦਾ ਪਾਣੀ ਹੈ। ਇਸ ਤਰ੍ਹਾਂ ਸਰਮ ਪਾਣੀ ਤਨ ਖੇਤ, ਸਰੀਰ ਨੂੰ ਖੇਤ ਬਣਾ ਕੇ, ਨਾਮ ਵੀ ਸੰਤੋਖ ਸੁਹਾਗਾ, ਨਾਮ ਜਪੇ ਤੇ ਸੰਤੋਖ ਦਾ ਸੁਹਾਗਾ ਮਾਰ ਦੇਵੇ, ਭਾਵ ਜੋ ਮਿਲਣਾ ਆਪੇ ਮਿਲ ਜਾਣਾ। ਸਬਰ ਸੰਤੋਖ ਰੱਖਣਾ, ਰੱਖ ਗਰੀਬੀ ਵੇਸ, ਨਿਮਰਤਾ ਵਿੱਚ ਰਹਿਣਾ। ਗਰੀਬੀ ਦਾ ਮਤਲਬ ਪਾਟੇ ਕੱਪੜੇ ਪਾਉਣਾ ਨਹੀਂ, ਬਸਤਰ ਜੈਸੇ ਵੀ ਪਾਓ ਜੈਸੇ ਮਿਲਦੇ ਨੇ, ਪਰ ਅੰਦਰੋਂ ਨਿਮਰਤਾ ਵਿੱਚ ਰਹਿਣਾ। ਰੱਖ ਗਰੀਬੀ ਵੇਸ, ਭਾਉ ਕਰਮ ਕਰ। ਜਿਹੜੇ ਵੀ ਕੰਮ ਨੂੰ ਪ੍ਰੇਮ ਨਾਲ ਕਰਾਂਗੇ ਉਹੀ ਫਲ ਦੇਊਗਾ। ਕੋਈ ਵੀ ਕੰਮ ਹੈ ਜਿਹੜਾ ਪ੍ਰੇਮ ਨਾਲ ਕੀਤਾ ਜਾਵੇ ਤਾਂ ਉਹ ਫਲ ਦਿੰਦਾ, ਚਾਹੇ ਉਹ ਖੇਤੀਬਾੜੀ ਹੈ, ਤੇ ਚਾਹੇ ਕੋਈ ਹੋਰ ਵਪਾਰ ਹੈ, ਤੇ ਚਾਹੇ ਕੋਈ ਦੁਕਾਨਦਾਰੀ ਹੈ, ਚਾਹੇ ਕੋਈ ਡਿਊਟੀ ਹੈ ਸਰਕਾਰੀ ਪ੍ਰਾਈਵੇਟ ਆਦਿ। ਭਾਵ ਆਪਣੇ ਕੰਮ ਨੂੰ ਜੇ ਅਸੀਂ ਵਿੱਚ ਖੁੱਭ ਕੇ ਕਰਾਂਗੇ ਤੇ ਉਸ ਕੰਮ ਦੇ ਵਿੱਚੋਂ ਸਾਨੂੰ ਬੜੀ ਤਾਕਤ ਤੇ ਵਰ ਤੇ ਫਲ ਮਿਲਦਾ ਹੈ। ਇਸ ਕਰਕੇ ਨਾਮ ਵੀ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ, ਸੇ ਕਰ ਭਾਗਟ ਦੇਖ। ਕਰਮ ਨੂੰ ਪ੍ਰੇਮ ਨਾਲ ਕਰ, ਉਹ ਵੱਡੇ ਭਾਗਾਂ ਵਾਲੇ ਘਰ ਹੁੰਦੇ ਹਨ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਬਿਰਲਾ ਬੂਝੈ ਕੋਈ। ਇਸ ਮਾਇਆ ਨੇ ਸੰਸਾਰ ਨੂੰ ਮੋਹ ਲਿਆ ਔਰ ਆਪਣੇ ਵਿੱਚ ਹੀ ਫਸਾ ਕੇ ਰੱਖ ਲਿਆ ਤੇ ਇੱਥੇ ਅੜ ਗਿਆ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ 15 ਕੁ ਸਾਲ ਦੇ ਹੋਏ ਤੇ ਇੱਕ ਦਿਨ ਪਿਤਾ ਜੀ ਕਹਿਣ ਲੱਗੇ, ਜਾ ਪੁੱਤਰ ਆਪਣੇ ਆਪ, ਸਾਉਣ ਦਾ ਮਹੀਨਾ, ਮੀਂਹ ਬਹੁਤ ਪੈ ਗਿਆ ਤੇ ਕਿਤੇ ਹੁਣ ਫਸਲ ਬੀਜੀ ਜਾਵੇ ਤੇ ਵਧੀਆ ਫਸਲ ਹੋਵੇਗੀ। ਬਰਾਨੀ ਖੇਤ ਹੁੰਦੇ ਸੀ ਟਿੱਬਿਆਂ ਤੇ, ਜਿਉਂ ਆਦਿ ਬੀਜੇ ਜਾਂਦੇ ਮੀਂਹ ਪੈਣ ਤੇ ਧੰਨ ਗੁਰੂ ਨਾਨਕ ਦੇਵ ਜੀ ਨੇ, ਗੁਰੂ ਪਿਆਰਿਓ, ਕਿਹਾ 7 ਬਚਨ ਤੇ ਪਿਤਾ ਨੇ ਮਨ ਪੱਕੇ ਜੌਂ ਦੇ ਦਿੱਤੇ ਬੀਜ। ਮਨ ਪੱਕੇ ਜੌਂ ਲੈ ਕਰਕੇ ਨਾਲ ਬਲਦਾਂ ਦਾ ਹਲ ਤੇ ਨਾਲ ਇੱਕ ਮਜ਼ਦੂਰ ਮਿਸਤਰੀ ਭੇਜ, ਆਪਣਾ ਦਿਹਾੜੀਆ ਭੇਜ ਦਿੱਤਾ, ਬਈ ਜਾ ਭਾਈ ਜੌਂ ਬੀਜ ਕੇ ਆਓ, ਤੇ ਚਲੇ ਗਏ।
ਤੇ ਸਤਿਗੁਰਾਂ ਨੇ ਹਲ ਦੇ ਨਾਲ ਕਿਤੇ ਕਿਤੇ ਓੜੇ ਕਰਕੇ ਜਿਹੜਾ ਸੀ ਜਿਉਆਂ ਦਾ ਛਿੱਟਾ ਦੇ ਦਿੱਤਾ। ਸ਼ਾਮਾਂ ਤੱਕ ਸਾਰੇ ਮਨ ਪੱਕੇ ਜਿਉਂ ਖੇਤ ਵਿੱਚ ਬੀਜ ਕੇ ਵਾਪਸ ਆ ਗਏ। ਤੇ ਪਿਤਾ ਮਹਿਤਾ ਕਾਲੂ ਬੜਾ ਖੁਸ਼ ਹੋਇਆ ਵੀ ਸ਼ੁਕਰ ਹੈ, ਚੱਲ ਹੋਰ ਨਹੀਂ ਤਾਂ ਖੇਤੀਬਾੜੀ ਕਰ ਲਵੇ। ਹੁਣ ਕਹਿਣ ਲੱਗਿਆ, ਪੁੱਤਰ ਤੂੰ ਰੋਜ਼ ਖੇਤ ਜਾ ਕੇ ਬਹਿ ਜਿਆ ਕਰ, ਪਸ਼ੂਆਂ ਤੋਂ ਫਸਲ ਨੂੰ ਬਚਾ ਕੇ ਰੱਖੀ। ਗੁਰੂ ਨਾਨਕ ਦੇਵ ਜੀ ਦਾ ਸੁਭਾਅ ਸੀ ਹਰੇਕ ਕੰਮ ਤੇ ਕਹਿ ਦੇਣਾ ਜੀ 7 ਬਚਨ, ਕਰਨਾ ਆਪਦੀ ਮਰਜ਼ੀ ਨਾਲ ਹੀ ਜਿਵੇਂ ਕਰਨਾ ਹੈ। 7 ਬਚਨ ਕਹਿ ਕੇ ਚਲੇ ਜਾਣਾ, ਖੇਤ ਜਾ ਕੇ ਟਾਹਲੀ ਥੱਲੇ ਬਹਿ ਜਾਣਾ। 10 ਦਿਨਾਂ ਬਾਅਦ ਮਹਿਤਾ ਕਾਲੂ ਵੀ ਗੇੜਾ ਮਾਰਨ ਚਲਿਆ ਗਿਆ, ਦੇਖਾਂ ਭਲਾ ਕਿਹੋ ਜਿਹੇ ਬੀਜੇ ਹੈ। 5-7 ਦਿਨਾਂ ਵਿੱਚ, ਹਫ਼ਤੇ ਵਿੱਚ ਕਹਿੰਦੇ ਜਿਉਂ ਬਾਹਰ ਨਿਕਲ ਆਏ ਉੱਗਰ ਕੇ ਇੱਕ ਢੰਗੂਰ ਮਾਰ ਕੇ ਸਾਰੇ ਖੇਤ ਤੇ ਹਰੀ ਹਰੀ ਚਾਦਰ ਵਿਛ ਗਈ, ਮਾਨੋ ਹਰਿਆਲੀ ਹੋ ਗਈ ਹੈ, ਗਿੱਠ ਗਿੱਠ ਜੌਂ ਹੋ ਗਏ। ਮਹਿਤਾ ਕਾਲੂ ਬੜਾ ਖੁਸ਼ ਹੋਇਆ, ਪੁੱਤਰ ਨੂੰ ਪਿਆਰ ਕਰਦਾ ਹੋਇਆ ਕਹਿੰਦਾ, ਪੁੱਤ ਜੇ ਤੂੰ ਇਹ ਕੰਮ ਕਰ ਲਵੇਂ ਨਾ ਤੇ ਆਪਣੇ ਘਰ ਬਹੁਤ ਫਸਲ ਹੋਵੇਗੀ, ਪਸ਼ੂ ਹੋਣਗੇ, ਦੁੱਧ ਵੱਧ ਹੋਵੇਗਾ, ਪਸ਼ੂਆਂ ਨੂੰ ਪਾਵਾਂਗੇ, ਦੁੱਧ ਵੱਧ ਹੋਵੇਗਾ। ਮੈਂ ਤੈਨੂੰ ਮਜ਼ਦੂਰ ਦਿਹਾੜੀਆ ਪੱਕਾ ਰੱਖ ਦਿਆਂਗਾ, ਜਿਹਨੂੰ ਆਪਾਂ ਸੀਰੀ ਕਹਿੰਦੇ ਆ ਮਾਲ ਵਿੱਚ। ਤੇਰੇ ਨਾਲ ਮੈਂ ਪੱਕੇ ਬੰਦੇ ਲਾ ਦਿਆਂਗਾ, ਤੂੰ ਖੇਤੀਬਾੜੀ ਕਰਿਆ ਕਰ, ਇਹਦੇ ਵਿੱਚ ਬੜਾ ਮੁਨਾਫਾ ਹੋਵੇਗਾ, ਇੱਕ ਵੱਡਾ ਕਿਸਾਨ ਤੂੰ ਬਣ ਸਕਦਾ ਹੈ। ਹੁਣ ਤੂੰ ਰੋਜ਼ ਰਾਖੀ ਰੱਖਣੀ ਹੈ ਤੇ ਜਿਉਆਂ ਨੂੰ ਪੱਕਣ ਤੱਕ ਅਵਾਰਾ ਪਸ਼ੂਆਂ ਤੋਂ ਬਚਾਉਣਾ ਹੈ। ਤੇ ਕਹਿਣ ਲੱਗੇ 7 ਬਚਨ। ਤੇ ਰੋਜ਼ ਖੇਤ ਜਾ ਕੇ ਬਹਿ ਜਾਂਦੇ ਆ, ਸਮਾਧੀ ਲਾ ਕੇ ਟਾਹਲੀ ਥੱਲੇ। ਅਵਾਰਾ ਪਸ਼ੂ ਆਉਂਦੇ ਆ, ਛਕਦੇ ਆ, ਜੌਆਂ ਨੂੰ ਚਰਦੇ ਆ, ਪਰ ਮੋੜਦੇ ਕਿਸੇ ਨੂੰ ਨਹੀਂ। ਨਾ ਤਾਂ ਕਿਸੇ ਦੇ ਖੇਤ 'ਚੋਂ ਆਪਦੇ ਪਸ਼ੂ ਕੱਢੇ ਤੇ ਨਾ ਆਪਦੇ ਖੇਤ 'ਚੋਂ ਅਵਾਰਾ ਪਸ਼ੂ ਕੱਢੇ। ਹੁਣ ਮਹਿਤਾ ਕਾਲੂ ਜੀ ਨੂੰ 10 ਦਿਨ ਲਾਗੇ ਗੇੜਾ ਨਾ ਵੱਜਿਆ। ਇਹਨਾਂ 10 ਦਿਨਾਂ ਦੇ ਵਿੱਚ ਅਵਾਰਾ ਪਸ਼ੂਆਂ ਨੇ ਸਾਰਾ ਖੇਤ ਸਿਰੇ ਲਾਤਾ। ਜਿੰਨੇ ਜੌਂ ਉਗਰੇ ਸੀ, ਫੁੱਟ ਹੋਏ ਸੀਗੇ, ਉਹ ਸਾਰੇ ਜੌਂ ਅਵਾਰਾ ਪਸ਼ੂ ਖਾ ਗਏ। ਇੱਕ ਦਿਨ 10 ਦਿਨਾਂ ਬਾਅਦ ਫਿਰ ਗੇੜਾ ਮਾਰਨ ਜਾਂਦੇ ਹੈ ਤਾਂ ਕੀ ਵੇਖਦੇ ਹੈ ਕਿ ਨਾਨਕ ਤਾਂ ਟਾਹਲੀ ਥੱਲੇ ਬੈਠਾ ਅੱਖਾਂ ਮੀਚ ਕੇ। ਉਹਨੂੰ ਇੱਦਾਂ ਹੀ ਲੱਗਦਾ ਨਾ, ਪਰ ਗੁਰੂ ਨਾਨਕ ਦੇਵ ਜੀ ਹਮੇਸ਼ਾ ਧਿਆਨ ਜੋੜ ਕੇ ਸੋਚਦੇ ਸੀਗੇ ਕਿ ਜਗਤ ਜਲੰਦੇ ਨੂੰ ਕਿਵੇਂ ਬਚਾਇਆ ਜਾਵੇ, ਕਿਵੇਂ ਠਾਰਿਆ ਜਾਵੇ। ਵੇਖਿਆ ਨਾਨਕ ਤਾਂ ਬੈਠਾ ਟਾਹਲੀ ਥੱਲੇ ਚੌਂਕੜਾ ਮਾਰ ਕੇ ਸਮਾਧੀ ਲਾ ਕੇ, ਤੇ ਅਵਾਰਾ ਪਸ਼ੂ ਕੁਝ ਖਾ ਰਹੇ ਆ ਤੇ ਕੁਝ ਰੱਜ ਪੁੱਜ ਕੇ ਵਿੱਚ ਹੀ ਬੈਠੇ ਗਾਲਾਂ ਕਰੀ ਜਾਂਦੇ ਆ। ਬਸ ਉੱਥੋਂ ਹੀ ਮਹਿਤਾ ਕਾਲੂ ਨੇ ਵੀ ਉੱਚੀ ਉੱਚੀ ਬੋਲਣਾ ਸ਼ੁਰੂ ਕੀਤਾ, ਕੌੜੇ ਬਚਨ ਜਿਹਨੂੰ ਅਸੀਂ ਗਾਲਾਂ ਕਹਿੰਦੇ ਆ। ਕਹਿਣ ਲੱਗਿਆ, ਅਣ ਹੋਇਆ ਤੂੰ ਕਿਉਂ ਜੰਮਿਆ ਸਾਡੇ, ਸਾਡਾ ਘਰ ਉਜਾੜਤਾ, ਫਸਲ ਬੀਜੀ ਸੀ ਇਹ ਵੀ ਉਜਾੜਤੀ, ਨਿਗਾਹ ਨਹੀਂ ਰੱਖੀ। ਇਉਂ ਲੜਦੇ ਲੜਦੇ ਗੁਰੂ ਪਿਆਰਿਓ ਘਰ ਆ ਗਏ। ਤੇ ਰਾਏ ਬਲਾਰ ਨੂੰ ਪਤਾ ਲੱਗਿਆ ਤੇ ਰਾਏ ਬਲਾਰ ਨੇ ਮਹਿਤਾ ਕਾਲੂ ਨੂੰ ਕਿਹਾ ਵੀ ਲੜਿਆ ਨਾ ਕਰ, ਕੋਈ ਗੱਲ ਨਹੀਂ, ਇਹਦਾ ਸੁਭਾਅ ਜਿਹੜਾ ਹੈਗਾ ਦੁਨੀਆ ਤੋਂ ਅਲੱਗ ਹੀ ਹੈ, ਤੂੰ ਫਿਕਰ ਨਾ ਕਰ। ਫਿਰ ਮਹਿਤਾ ਕਾਲੂ ਜੀ ਦੇ ਰਾਹੀਂ ਧੰਨ ਗੁਰੂ ਨਾਨਕ ਦੇਵ ਜੀ ਨੂੰ ਬੇਬੇ ਨਾਨਕੀ ਕੋਲ ਭੇਜ ਦਿੱਤਾ ਗਿਆ। ਖੈਰ ਸਤਿਗੁਰੂ ਪਾਤਸ਼ਾਹ ਜੀ ਇੱਥੇ, ਕਿਉਂਕਿ ਜਿਹੜਾ ਕੰਮ ਮਨੁੱਖ ਨੇ ਕਰਨਾ ਉਸ 'ਤੇ ਕੁਝ ਜ਼ੋਰ ਵੱਧ ਦਿੱਤਾ ਜਾਂਦਾ, ਭਾਵੇਂ ਦੂਜੇ ਕੰਮਾਂ ਨੂੰ ਕੱਟਿਆ ਨਹੀਂ ਜਾਂਦਾ। ਸਤਿਗੁਰ ਨੇ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ ਦੱਸਿਆ ਸਾਨੂੰ, ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਇੱਥੇ ਕਹਿ ਰਹੇ ਹੈ ਕਿ ਹਿਰਦੇ ਵਿੱਚ ਨਾਮ ਨੂੰ ਜਮਾਲਾ ਤੇ ਆਪਾਂ ਕਿਰਤ ਛੱਡ ਕੇ ਬਹਿ ਜਾਈਏ। ਕਿਰਤ ਵੀ ਕਰਨੀ ਹੈ, ਨਾਮ ਵੀ ਜਪਣਾ। ਕਾਹੇ ਗਰਭ ਸਮੂੜੇ ਮਾਇਆ, ਪਿਤ ਸਤੋ ਸਗਲ ਕਾ ਲੱਤਰ ਮਾਤਾ, ਤੇਰੇ ਹੋਏ ਨਾ ਅੰਤ ਸਿਖਾਇਆ ਰਹਾਓ। ਵਿਖੈ ਵਿਕਾਰ ਦੁਸ਼ਟ ਕਿਰਖਾ ਕਰੇ, ਜਿਹੜੇ ਤੇਰੇ ਹਿਰਦੇ ਵਿੱਚ ਦੁਸ਼ਟ ਭਾਵ ਮਾੜੀ ਸੋਚ ਪੈਦਾ ਹੁੰਦੀ ਹੈ, ਮਾੜੇ ਫੁਰਨੇ ਪੈਦਾ ਹੁੰਦੇ ਨੇ ਵਿਸ਼ੇ ਵਿਕਾਰਾਂ ਦੇ, ਇਹਨਾਂ ਨੂੰ ਕੱਟਦਾ ਰਹਿ। ਇਨ ਤਜ, ਇਹਨਾਂ ਨੂੰ ਕੱਟ ਕੇ ਆਤਮੈ ਹੋਏ ਧਿਆਈ, ਤੇ ਆਪਣੇ ਅੰਦਰ ਧਿਆਨ ਜੋੜ ਕੇ ਉਸ ਪਰਮੇਸ਼ਰ ਨੂੰ ਸਿਮਰਿਆ ਕਰ। ਜਪ ਤਪ
ਸੰਜਮ ਹੋਏ ਜਬ ਰਾਖੇ। ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਇਹ ਕੰਮ ਕਰ ਲਵੇਂ, ਕਾਜੀ ਨੂੰ ਸੰਬੋਧਨ ਕਰਕੇ ਪਾਤਸ਼ਾਹ ਜੀ ਕਹਿੰਦੇ ਸਾਨੂੰ ਸਾਰਿਆਂ ਨੂੰ ਹੈ, ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਜਦੋਂ ਪਰਮੇਸ਼ਰ ਦੇ ਪਿਆਰੇ ਕੁਛ ਵੀ ਕਹਿੰਦੇ ਆ ਕਿਸੇ ਇੱਕ ਨੂੰ ਕਹਿੰਦੇ ਆ ਤੇ ਹੁੰਦੀ ਸਾਰਿਆਂ ਵਾਸਤੇ ਆ। ਜਿਵੇਂ ਲਾਲੋ ਨੂੰ ਕਹਿ ਰਹੇ ਐ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬੇ ਲਾਲੋ, ਪਰ ਕਹਿ ਰਹੇ ਹਨ ਅਹਿਮਦਾਬਾਦ ਦੇ ਬਾਰੇ। ਇਸੇ ਤਰ੍ਹਾਂ ਇੱਥੇ ਉਸ ਕਾਜੀ ਨੂੰ ਕਹਿ ਰਹੇ ਹਨ ਕਿ ਜਦੋਂ ਇਹ ਮਨੁੱਖ ਆਪਣੇ ਹਿਰਦੇ ਵਿੱਚ ਵਸੀ ਨਾਮ ਨੂੰ ਬਚਾ ਲਵੇਗਾ, ਵਿਕਾਰਾਂ ਨੂੰ ਖਤਮ ਕਰ ਲਵੇਗਾ, ਜਪ ਤਪ ਸੰਜਮ ਹੋਏ ਜਬ ਰਾਖੇ, ਜਦੋਂ ਐਸਾ ਕਰੇਗਾ ਇੰਦਰੀਆਂ ਤੇ ਕਾਬੂ ਪਾਵੇਗਾ, ਜਪ ਤਪ ਕਰ ਲਵੇਗਾ, ਸਿਮਰਨ ਭਜਨ ਕਰ ਲਵੇਗਾ, ਸ਼ੁਭ ਗੁਣਾਂ ਨੂੰ ਬਚਾ ਲਵੇਗਾ। ਜਿਵੇਂ ਖੇਤੀ ਵਾਲੇ ਖੇਤੀ ਨੂੰ ਬਚਾ ਲੈਂਦੇ ਐ ਤੇ ਔਗਣਾਂ ਨੂੰ ਵਿੱਚੋਂ ਕੱਢ ਦਿੰਦੇ ਐ, ਘਾਹ ਫੂਸ ਵਿੱਚੋਂ ਨਦੀਨ ਕੱਢ ਦਿੰਦੇ ਹਨ, ਤਾਂ ਫਿਰ ਕੀ ਹੋਵੇਗਾ? ਫਿਰ ਫਸਲ ਵਧੀਆ ਦਾਣਾ ਦੇਵੇਗੀ, ਵਧੀਆ ਫਲ ਦੇਵੇਗੀ। ਜੇ ਨਹੀਂ ਕੱਢੇਗਾ ਤੇ ਫਸਲ ਜਿਹੜੀ ਆ ਮਰ ਜਾਵੇਗੀ, ਵਿਕਾਰ ਉੱਤੋਂ ਦੀ ਪੈ ਜਾਣਗੇ, ਜੀਵਨ ਬਰਬਾਦ ਹੋ ਜਾਊਗਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਜਦੋਂ ਮਨੁੱਖ ਆਪਣੇ ਔਗਣਾਂ ਨੂੰ ਖਤਮ ਕਰਕੇ ਇੰਦਰੀਆਂ ਤੇ ਕਾਬੂ ਪਾ ਕੇ ਨਾਮ ਦੀ ਫਸਲ ਨੂੰ ਵਧਾਉਂਦਾ ਰਹੇਗਾ ਤਾਂ ਇਹਦਾ ਹਿਰਦਾ ਕਮਲ ਖਿੜ ਜਾਵੇਗਾ, ਖੁਸ਼ ਰਹੇਗਾ। ਆਪਣੇ ਅੰਦਰ ਕਰਨਾ ਮੈਤਰਤਾ, ਮੁੱਦਤਾ, ਅਪੇਖਿਆ ਆਦਿ ਸ਼ੁਭ ਗੁਣਾਂ ਦੀਆਂ ਪੰਖੜੀਆਂ ਇਹਦੇ ਵਿੱਚ ਕਮਲ ਖੁੱਲ੍ਹੇਗਾ, ਭਾਵ ਚੰਗੇ ਗੁਣ ਪੈਦਾ ਹੋ ਜਾਣਗੇ। ਜਪ ਤਪ ਸੰਜਮ ਹੋਏ ਜਬ ਰਾਖੈ ਕਮਲ ਬਿਗਸੈ, ਮਧੂ ਆਸਰ ਮਾਈ। ਮਧੂ ਕਹਿੰਦੇ ਐ ਸ਼ਹਿਦ ਨੂੰ, ਭਾਵ ਅੰਮ੍ਰਿਤ, ਆਤਮਕ ਰਸ ਵੀ ਪ੍ਰਾਪਤ ਹੋਵੇਗਾ, ਟਪਕੇਗਾ। ਬ੍ਰਹਮਾਨੰਦਾ, ਜਿਵੇਂ ਰਵਿਦਾਸ ਭਗਤ ਜੀ ਕਹਿੰਦੇ ਹਨ, ਰਵਿਦਾਸ ਦਾਸ ਉਦਾਸ ਤਜ ਭਰਮ, ਤਪਣ ਤਪ ਗੁਰ ਗਿਆਨ। ਉਹ ਰਵਿਦਾਸ ਸੰਸਾਰ ਵੱਲੋਂ ਥੋੜਾ ਧਿਆਨ ਖਿੱਚ ਕੇ ਉਦਾਸ ਹੋ ਕੇ ਭਰਮਾਂ ਤੇ ਵਿਕਾਰਾਂ ਨੂੰ ਤਿਆਗ ਕੇ ਤਪਣ ਤਪ ਨਾਮ ਜਪਿਆ ਕਰ, ਗੁਰੂ ਦੇ ਗਿਆਨ ਨਾਲ ਜੁੜਿਆ ਕਰ। ਦੇਖ ਪਰਾਈਆਂ ਚੰਗੀਆਂ ਭੈਣਾਂ ਮਾਵਾਂ ਧੀਆਂ ਜਾਣੈ, ਭਾਈ ਗੁਰਦਾਸ ਜੀ ਕਹਿੰਦੇ ਇਹ ਵੀ ਗੁਰਮਤਿ ਹੈ। ਇਹ ਵਿਕਾਰ ਹਨ, ਇਹਨਾਂ ਨੂੰ ਤਿਆਗ ਕਰਕੇ ਪਰਮੇਸ਼ਰ ਨਾਲ ਜੁੜਿਆ ਕਰੋ। ਬੀਸ ਸਪਤਾ ਹਰੋ ਬਾਸਰੋ ਸੰਗ੍ਰਹਿ, ਤੀਨ ਖੋੜਾ ਨਿਤ ਕਾਲ ਸਾਰੈ। 20 ਤੇ 7 27, ਜਿਵੇਂ 5 ਗਿਆਨ ਇੰਦਰੇ, 5 ਕਰਮ ਇੰਦਰੇ, 10 5 ਕਰਮ ਇੰਦਰੇ, 5 ਗਿਆਨ ਇੰਦਰੇ, 5 ਤੱਤ 15 ਤੇ 5 ਸਥੂਲ ਤੱਤ, 5 ਕਾਮ ਕ੍ਰੋਧ ਲੋਭ ਮੋਹ ਹੰਕਾਰ, ਮਨ ਤੇ ਚਿੱਤ। ਇਹ ਸਾਰੇ 27 ਦੇ 27। ਇਹਨਾਂ ਦੇ ਵਿੱਚੋਂ ਹੰਕਾਰ ਨੂੰ ਦੂਰ ਕਰ। ਜਿਵੇਂ ਖੇਤੀਬਾੜੀ ਵਾਲਾ ਖੇਤ ਦਾ ਪੈਰ ਪੈਰ ਤੇ ਜਾ ਕੇ ਜਿਹੜਾ ਉਹਦੀ ਮੁਰੰਮਤ ਕਰਦਾ, ਫਸਲ ਦੀ ਸੰਭਾਲ ਕਰਦਾ, ਸਰੀਰ ਦੇ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਤੱਕ 5 ਕਰਮ ਇੰਦਰੇ। ਪੈਰ ਗਲਤ ਪਾਸੇ ਨਾ ਜਾਵੇ, ਹੱਥ ਗਲਤ ਕਰਮ ਨਾ ਕਰਨ, ਜੀਭਾ ਕਿਸੇ ਨੂੰ ਗਲਤ ਨਾ ਬੋਲੇ, ਝੂਠ ਨਾ ਬੋਲੇ, ਸੱਚ ਨਾਲ ਜੁੜੇ, ਨੇਤਰਾ ਕਰਕੇ ਕਿਸੇ ਨੂੰ ਗਲਤ ਨਾ ਦੇਖੇ। ਇਹ ਤਾਂ ਹੋ ਗਿਆ ਕਰਮ ਇੰਦਰੀਆਂ ਦਾ ਕੰਮ। 5 ਗਿਆਨ ਇੰਦਰੇ, ਨੇਤਰਾਂ ਨਾਲ ਗਲਤ ਨਾ ਦੇਖੇ, ਕੰਨਾਂ ਨਾਲ ਗਲਤ ਨਾ ਸੁਣੇ, ਗਲਤ ਸੋਚ ਨਾ ਰੱਖੇ, ਮਨ ਕਰਕੇ ਚਿੱਤ ਕਰਕੇ। 20 ਸਪਤਾਰੋ ਬਾਸਰੋ ਸੰਗ੍ਰਹਿ, ਜਿਨ੍ਹਾਂ ਦੇ ਵਿੱਚ ਇਹ ਵਸਦਾ 20 ਤੇ ਪਲੱਸ 7, ਇਹ 27 ਦੇ 27 ਬਾਸਰੋ, ਜਿਨ੍ਹਾਂ ਵਿੱਚ ਤੂੰ ਰਹਿੰਦਾ। ਸੰਗ੍ਰਹਿ, ਇਹਨਾਂ ਨੂੰ ਇਕੱਠੇ ਕਰਕੇ ਰੱਖ। ਭਾਵ ਜਦ ਸਿਮਰਨ ਕਰਾਂਗੇ
ਤਾਂ ਸਾਡੇ ਇਹ 40 ਦੇ 40 40 ਵੀ ਹਨ, ਇਹ ਤੇ 27 ਵੀ ਦੱਸੇ ਆ ਇੱਥੇ। 40 ਕੀ ਹੈ? 5 ਕਰਮ ਇੰਦਰੀ, 5 ਗਿਆਨ ਇੰਦਰੀ, 5 ਤੱਤ ਤੇ 5 ਤੱਤਾਂ ਦੀਆਂ 25 ਪ੍ਰਕਿਰਤੀਆਂ। ਤੇ ਗੁਰੂ ਪਿਆਰੋ 40 ਜੁੜ ਕੇ ਬਣ ਜਾਂਦਾ ਇੱਕ ਮਨ। ਤੇ ਮਨ ਕੀ ਹੈ? ਬਾਹਰਲੇ ਪਾਸੇ 40 ਸ਼ੇਰ ਦੇ ਵੱਟੇ ਦਾ ਨਾਮ ਹੈ ਮਨ। ਤੇ ਇਹਨਾਂ 40 ਇੰਦਰੀਆਂ ਨੂੰ ਇੱਕ ਥਾਂ ਇਕੱਠੇ ਕਰਨਾ ਬਣ ਜਾਂਦਾ ਮਨ। ਤੇ ਜਦੋਂ ਇਹ ਸਾਰੇ ਦੇ ਸਾਰੇ ਗੁਰੂ ਪਿਆਰੋ ਇੱਕ ਨਾਲ ਜੁੜ ਕੇ ਇਕੱਠੇ ਹੁੰਦੇ ਆ, ਉਦੋਂ ਕਹਿੰਦੇ ਆ ਮਨ ਲੱਗਦਾ ਹੈ। ਮਨੁੱਖ ਦਾ ਮਨ ਟੈਲੀਵਿਜ਼ਨ ਤੇ ਲੱਗ ਗਿਆ, ਉਦੋਂ ਨਾ ਤਾਂ ਪੈਰ ਹੱਲੇ, ਨਾ ਹੱਥ ਹੱਲੇ, ਨਾ ਦਿਮਾਗ ਦੇ ਵਿੱਚ ਕਿਧਰੇ ਕੰਮ ਯਾਦ ਆਵੇ ਕੋਈ, ਨਾ ਕਿਸੇ ਦੀ ਗੱਲ ਸੁਣੇ। ਮਾਂ ਪਿਓ ਆਵਾਜ਼ਾਂ ਮਾਰਦੇ ਆ, ਪੁੱਤ ਰੋਟੀ ਖਾ ਲਾ, ਕੰਨ ਵੀ ਬੰਦ ਹੋ ਗਏ, ਕੁਝ ਸੁੱਝਦਾ ਹੀ ਨਹੀਂ, ਸਾਰੇ ਦਾ ਸਾਰਾ ਟੀਵੀ ਦੇ ਵਿੱਚ ਡੁੱਬ ਗਿਆ। ਕਹੋ ਸਤਨਾਮ ਸ੍ਰੀ। ਇਹ ਤਾਂ ਬਾਹਰੀ ਗੱਲ ਹੈ। ਉਹਦੇ ਸਰੀਰ ਦੇ 40 ਦੇ 40 ਪੁਆਇੰਟ ਜਿਹੜੇ ਹਨ ਉਸ ਤਮਾਸ਼ੇ ਵਿੱਚ, ਫਿਲਮ ਵਿੱਚ ਲੱਗ ਚੁੱਕੇ ਆ, ਉਹਨੂੰ ਕਿਸੇ ਦੀ ਆਵਾਜ਼ ਹੀ ਨਹੀਂ ਸੁਣਦੀ ਹੁਣ। ਇਸੇ ਤਰ੍ਹਾਂ ਹੀ ਜੇ ਇਹ 40 ਦੇ 40 ਕਿਤੇ ਸਿਮਰਨ ਵਿੱਚ ਲੱਗ ਜਾਣ, ਫਿਰ ਨਾ ਪੈਰ ਹੱਲੇ, ਨਾ ਜੀਭ ਹੱਲੇ, ਨਾ ਹੱਥ ਹੱਲੇ, ਨਾ ਦਿਮਾਗ ਦੇ ਵਿੱਚ ਕੋਈ ਫੁਰਨਾ ਉੱਠੇ, ਫਿਰ ਇਹ ਪਰਮੇਸ਼ਰ ਵਿੱਚ ਮਿਲ ਸਕਦਾ। ਹੁਣ ਇਹ ਮਾਇਆ ਵਿੱਚ ਮਿਲਿਆ ਹੋਇਆ। ਪਾਤਸ਼ਾਹ ਕਹਿੰਦੇ ਜਦੋਂ ਇਹ 40 ਦੇ 40 ਜਿਨ੍ਹਾਂ ਵਿੱਚ ਤੂੰ ਵਸਦਾ ਹੈ, ਇਹਨਾਂ ਨੂੰ ਇਕੱਠੇ ਕਰਕੇ ਰੱਖ। ਇਹ ਸਰੀਰ ਜਿਹੜਾ ਤੇਰਾ ਕਾਲ ਦੇ ਪੰਜੇ ਵਿੱਚ ਹੈ, ਇੱਕ ਦਿਨ ਕਾਲ ਨੇ ਪੈਣਾ ਹੈ, ਤੇ ਤੂੰ ਉਸ ਅਕਾਲ ਦੇ ਨਾਲ ਜੁੜਿਆ ਰਹਿ। ਆਸ਼ਾ ਤ੍ਰਿਸ਼ਨਾ ਤੋਂ ਉੱਚਾ ਉੱਠ। ਤੀਨ ਖੋੜਾ ਨਿਤ ਕਾਲ ਸਾਰੇ, ਇਹ ਤਿੰਨੇ ਸੁਣਨਾ, ਦੇਖਣਾ ਤੇ ਨਾਸਕਾ, ਮੁੱਖ ਆਦਿ, ਇਹ ਸਾਰੇ ਜਿਹੜੇ ਹਨ, ਇਹਨਾਂ ਸਾਰਿਆਂ ਦੇ ਉੱਤੇ ਗੁਰੂ ਪਿਆਰਿਓ ਕਾਲ ਦਾ ਪ੍ਰਭਾਵ ਪਿਆ ਹੋਇਆ, ਮਾਇਆ ਦਾ ਪ੍ਰਭਾਵ ਪਿਆ ਹੋਇਆ। ਤੇ ਤਿੰਨੇ ਅਵਸਥਾਵਾਂ ਮਨੁੱਖ ਦੀਆਂ ਜਿਹੜੀਆਂ ਇਹਨਾਂ ਵਿਸ਼ੇ ਵਿਕਾਰਾਂ ਵਿੱਚ ਹੀ ਖਤਮ ਹੋ ਜਾਂਦੀਆਂ। ਬਚਪਨ, ਬਾਲ, ਜਵਾਨੀ ਤੇ ਬੁਢਾਪਾ ਜਿਹੜਾ ਹੈ ਇਹ ਖਤਮ ਹੋ ਜਾਂਦਾ ਹੈ। ਅਖੀਰ ਮੌਤ ਆ ਜਾਂਦੀ ਹੈ। ਤੀਨ ਖੋੜਾ ਨਿਤ ਕਾਲ ਸਾਰੈ, ਕਾਲ ਦੇ ਮਾਇਆ ਨੂੰ ਹੀ ਸੰਭਾਲਦਾ ਰਹਿੰਦਾ, ਜਿਹੜੀ ਇੱਕ ਦਿਨ ਇਹਦੀ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ। ਇਸੇ ਕਾਲ ਨੇ ਆਪਣੀ ਮਾਇਆ ਪਾ ਕੇ ਬੰਦੇ ਨੂੰ ਬਚਪਨ, ਜਵਾਨੀ ਤੇ ਬੁਢਾਪੇ ਤੱਕ ਰੱਬ ਯਾਦ ਨਹੀਂ ਆਉਣ ਦਿੱਤਾ, ਤੇ ਅਖੀਰ ਮਿਲੇ ਹੋਏ ਸਵਾਸ ਮੁੱਕ ਜਾਂਦੇ ਹੈ। ਤੇ ਇਹੀ ਕਾਲ, ਇਹੀ ਮਾਇਆ, ਇਹਦੀ ਮੌਤ ਬਣ ਜਾਂਦੀ ਹੈ। ਜਿਵੇਂ ਘੰਡੇ ਹੇੜੇ ਦੀ ਆਵਾਜ਼ ਨੂੰ ਸੁਣਦਾ ਹੋਇਆ ਮਿਰਗ ਜਿਹੜਾ ਹੈ ਮਸਤ ਹੋ ਜਾਂਦਾ ਹੈ, ਉਹਨੂੰ ਕੁਝ ਸੁੱਝਦਾ ਨਹੀਂ, ਤੇ ਸ਼ਿਕਾਰੀ ਉਹਨੂੰ ਸ਼ਿਕਾਰ ਕਰ ਲੈਂਦੇ ਆ। ਬਾਂਦਰ ਨੂੰ ਫੜਨ ਵਾਸਤੇ ਇੱਕ ਕੁੱਜੀ ਨੂੰ ਚੰਗੀ ਤਰ੍ਹਾਂ ਧਰਤੀ ਵਿੱਚ ਗੱਡਿਆ ਜਾਂਦਾ ਹੈ, ਭੀੜੇ ਮੂੰਹ ਵਾਲੀ ਕੁੱਜੀ, ਵਿੱਚ ਉਹਦੇ ਛੋਲੇ ਪਾ ਦਿੰਦੇ ਹੈ, ਤੇ ਬਾਂਦਰ ਉਹਦੇ ਵਿੱਚੋਂ ਮੁੱਠੀ ਭਰਦਾ ਹੈ, ਹੱਥ ਸਿੱਧਾ ਪੈ ਜਾਂਦਾ। ਜਦੋਂ ਮੁੱਠੀ ਭਰਦਾ ਉਹ ਹੱਥ ਚੌੜਾ ਹੋ ਜਾਂਦਾ, ਨਿਕਲਦਾ ਨਹੀਂ, ਨਾ ਛੋਲੇ ਛੱਡਦਾ ਤੇ ਨਾ ਹੱਥ ਛੁੱਟਦਾ ਹੈ। ਤੇ ਅਖੀਰ ਉਹ ਫੜਿਆ ਜਾਂਦਾ ਤੇ ਮੰਦਾਰੀ ਉਹਨੂੰ ਨਚਾਉਂਦੇ ਆ ਥਾਂ ਥਾਂ ਤੇ। ਕਹੋ ਸਤਨਾਮ ਸ੍ਰੀ। ਹਾਥੀ ਦਾ ਵੀ ਇਹੀ ਹਾਲ ਹੈ। ਹਾਥੀ ਨੂੰ ਫੜਨ ਵਾਸਤੇ ਇੱਕ ਵੱਡੀ ਡੱਗੀ ਪੱਟਦੇ ਆ, ਟੋਹਾ, ਔਰ ਉਹਦੇ ਉੱਤੇ ਕੱਚੀ ਕਾਨਿਆਂ ਦੀ ਛੱਤ ਪਾ ਕਰਕੇ ਨਾ ਇੱਕ ਹਾਥੀ ਦੇ ਆਕਾਰ ਦਾ ਕਾਗਜ਼ ਦਾ ਪੁਤਲਾ ਬਣਾਉਂਦੇ ਆ, ਹਾਥੀ ਵਰਗਾ। ਉਸ ਨੂੰ ਉਸ ਕੱਚੀ ਛੱਤ ਉੱਤੇ ਰੱਖ ਦਿੰਦੇ ਹਨ, ਲਿਆ ਕਰਕੇ ਬਾਂਸ ਦੇ ਡੰਡੇ ਪਾ ਕੇ ਉੱਤੇ ਕਾਲਾ ਕਾਗਜ਼ ਲਾ ਕਰਕੇ ਹਥਨੀ ਬਣਾਤੀ ਕਹਿ ਦਿਓ। ਉਸ ਡੱਗੀ ਦੇ ਉੱਤੇ ਕੱਚੀ ਛੱਤ ਉੱਤੇ ਰੱਖ ਦਿੰਦੇ ਹੈ, ਜਿੱਥੇ ਬਹੁਤੇ ਹਾਥੀ ਘੁੰਮਦੇ ਆ ਜੰਗਲ 'ਚ। ਤੇ ਹਾਥੀ ਉਸ ਨੂੰ ਦੇਖ ਕਰਕੇ ਸੋਚਦਾ ਕੋਈ ਹਥਨੀ ਖੜੀ ਹੈ। ਵਾਸ਼ਨਾ ਨਾ ਮਾਰਿਆ ਹਾਥੀ ਜਦ ਉਹਦੇ ਵੱਲ ਆਉਂਦਾ ਹੈ। ਹੁਣ ਹਾਥੀ ਦਾ ਵਜਨ ਮਣਾ ਮੂਹੀ ਆ, ਉਹ ਤਾਂ ਕਾਗਜ਼ ਦਾ ਪੁਤਲਾ ਸੀਗਾ, ਛੱਤ ਨਹੀਂ ਟੁੱਟੀ।
पर जदों हाथी ने पैर धरिया तो छत टुट गई, टोहे 'च डिग पिया, हुण निकलिया नहीं जाता। उन्होंने कढ़ते भी नहीं, 6-6 महीने उन्होंने भुखा रखते उहदे विच, फिर उहदे विचों रस्ता बना के टोहे चों बाहर कढ़ लैंदे आ, फिर आपदी कुंडी नाल चलाउंदे आ। बंदे दा भी यही हाल है। इन्हां पंजां विकारां दे कारण बंदिਆਂ ਦੇ ਉੱਤੇ दुख आउंदे आ। बंदा जिहड़ा आज़ाद सी वो गुलाम हो गया इन्हां पंजां दा, ते इन्हां पंजां दी गुलामी करके यह संसार दा भी गुलाम हो गया। सतगुरु पातशाह जी कहंदे ये मनुख जिहड़ा है दिन रात इन्हां दे विच उलझिया रहिंदा है। 10 18 मैं अपरंपरो चीनै। 10 गुरुआं ने, 18 वेदां ने, 4 वेद, 6 शास्त्र, 18 पुराण, अज गुरबाणी दे विच भी उस परमेश्वर दे बारे दस्या गया, इहदी खोज ही नहीं करता। कोई सतनाम इहदे बारे सोचदा ही नहीं कुछ। एक पतंगा भी दीवे की लाट नूं देख के भज के आउंदा कि खाण चीज़ आ, मैं खा ही जावां जाके, पर जदों आउंदा ते लाट दे विच वजदा, खंभ जे सड़ जांदे आ, उत्थे तड़फ के मर जांदा है। मच्छी जिहड़ी है कुंडी नूं वेख के भज के आउंदी है भी आटा है, खाण चीज़ है कोई, उहनूं मोह पाउंदी है। उस आटे दे लालच विच कुंडी उहदे गल च पै जांदी है ते मर जांदी है। बाहर खिच लैंदे अगले शिकारी। ये मनुख दे मगर भी काल शिकारी बन के लगे है। बाणी कहंदी सूधे सूधे रेंग चलो तुम नतर को धक्का दवई है रे। बारे बूढ़े तरने भैया सब हु जम लै जई है रे। 10 18 4 वेद 6 शास्त्र 10 18 पुराणां दे विच अपरंपरो चीने उस परमेश्वर दा कथन किया गया है। उस नूं जानना करो। 10 इंद्रियां ते इस सुंदर शरीर नूं परमेश्वर दे नाल जोड़ना करो। इस प्रकृति दे विच वसे प्रभु नूं जानना करो। कहे नानक इव एक तारै। जदों असी ये शरीर नूं उस एक नाल जोड़ांगे, मन हाली किरसानी करनी सरम पानी तन खेत। जां अज दा शब्द है ये तन धरती बीज कर्मा। शरीर नूं धरती बना के नाम जपण वाहिगुरु 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 ये बीज बीजना है। सलल अपाओ सारंग पानी। फिर पपीहे दी न्याई वाहिगुरु दा जाप करो, सत्संग करो, इहनूं पानी मिलदा है। ते जे तू ये काम कर लिया, मन किरसान हृदय जमाए लै इउं पावस पद निर्वाणी। मन नूं किरसान बन के ऐसी खेती कर लवें तां निर्वाण पद परमेश्वर की प्राप्ति हो जाएगी। सदा सदा लई उहदे विच मिल जाएगा। 10 18 मैं अपरंपर चीने सारे धार्मिक ग्रंथ तैनूं उस परमेश्वर का ज्ञान दे रहे हैं। इनू समझ के उहदे नाल जुड़ना कर। कहे नानक इव एक तारै। इओ यह एक दा सिमरन तैनूं संसार समुंदर चों कढ़ के लिजा सकदा है। ये सी अज दे पवित्र शब्द के विचार जो श्री ग्रंथ साहिब जी के राग श्री राग दे विच अंग 23 उपर 26वां शब्द सी। सतगुर जी की बख्शी समत मुताबक विचार सांझी की। मोलदियां ने का अखर बद घट हो जाते। सिख संगतां ते सतगुरु बख्शण योग है, बख्श लेना जी। इत्थे रोकण की आग्या बख्शो, समाप्ति करिए। मिलाओ फतेह पाओ फतेह। वाहिगुरु जी का खालसा वाहिगुरु जी की फतेह। वाहिगुरु।